ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਗੁਰਬਾਣੀ ਵਿੱਚ ਫਰਮਾਨ ਕਰਦੇ ਆ, ਜਿਵੇਂ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਕਰਕੇ ਜਪ ਕੇ ਮਨ ਨੂੰ ਆਨੰਦ ਆਉਂਦਾ ਆ। ਗੁਰਬਾਣੀ ਗੁਰੂ ਫਰਮਾਉਂਦੇ, ਜਪ ਨਾਮ ਮਨ ਭਇਆ ਆਨੰਦਾ। ਕਿਉਂਕਿ ਜਿਹੜੀ ਮਨ ਦੀ ਖੁਰਾਕ ਹੈ ਉਹ ਨਾਮ ਆ। ਅਤੇ ਜਦੋਂ ਅਸੀਂ ਸਿਮਰਨ ਕਰਦੇ ਹਾਂ, ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋ ਜਾਂਦਾ। ਵਿਚਾਰਾਂ ਕਰਕੇ ਹੀ ਸਾਡਾ ਮਨ ਦੁਖੀ ਹੁੰਦਾ। ਅਤੇ ਮਹਾਰਾਜ ਕਹਿੰਦੇ, ਹਰੀ ਦੇ ਨਾਮ ਤੋਂ ਬਿਨਾਂ ਦੁੱਖ ਆ। ਗੁਰਬਾਣੀ 'ਚ ਮਹਾਰਾਜ ਫਰਮਾਉਂਦੇ ਆ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸਹਿਸਾ ਨਹਿ ਚੁੱਕੇ, ਗੁਰ ਇਹ ਭੇਦ ਬਤਾਵੈ। ਮਹਾਰਾਜ ਕਹਿੰਦੇ ਕਿ ਹਰੀ ਦੇ ਨਾਮ ਤੋਂ ਬਿਨਾਂ ਦੁੱਖ ਆ, ਅਤੇ ਭਗਤੀ ਤੋਂ ਬਿਨਾਂ ਸਾਡੇ ਸਹਿਸੇ ਫੁਰਨੇ ਖਤਮ ਨਹੀਂ ਹੁੰਦੇ। ਗੁਰੂ ਸਾਹਿਬ ਸਾਨੂੰ ਇਹ ਭੇਦ ਗੁਰਬਾਣੀ ਵਿੱਚ ਦਿੰਦੇ ਆ। ਜਿਵੇਂ ਇੱਕ ਭੁੱਖਾ ਹੁੰਦਾ, ਉਦਾਹਰਨ ਦਿੰਦੇ ਆ ਕਿ ਉਹਨੂੰ ਭੁੱਖ ਲੱਗੀ ਹੋਵੇ ਅਤੇ ਲੋਕ ਲੱਜਾ 'ਚ ਨਹੀਂ ਆਉਂਦਾ। ਜਿੱਥੇ ਵੀ ਉਹਨੂੰ ਰੋਟੀ ਖਾਣਾ ਮਿਲ ਜੇ, ਉਹ ਫਟਾਫਟ ਬਹਿ ਕੇ ਖਾਣ ਲੱਗ ਪੈਂਦਾ। ਇਸੇ ਤਰ੍ਹਾਂ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਆ, ਇਵੇਂ ਹੀ ਜਿਹੜੇ ਹਰੀ ਦੇ ਜਨ ਆ, ਉਹ ਫਿਰ ਹਰੀ ਦੇ ਗੁਣ ਗਾਉਂਦੇ ਆ। ਕਿਉਂਕਿ ਜਿਹੜੀ ਮਨ ਦੀ ਖੁਰਾਕ ਆ, ਮਨ ਨੇ ਸ਼ਾਂਤ ਹੋਣਾ, ਮਨ ਨੂੰ ਆਨੰਦ ਆਉਣਾ, ਉਹ ਨਾਮ ਦੁਆਰਾ ਅਤੇ ਹਰੀ ਦੇ ਗੁਣ ਗਾਉਣ ਦੁਆਰਾ। ਮਹਾਰਾਜ ਕਹਿੰਦੇ, ਜਿਹੜਾ ਮਨ ਨੂੰ ਸੁੱਖ ਮਿਲਦਾ ਹੈ ਹਰੀ ਦੇ ਨਾਮ ਦੁਆਰਾ ਅਤੇ ਹਰੀ ਦੇ ਗੁਣ ਗਾਉਣ ਲਈ। ਅਤੇ ਮਹਾਰਾਜ ਕਹਿੰਦੇ, ਸੁੱਖ ਨਾਹੀ ਬਹੁਤੇ ਧਨ ਖਾਟੇ, ਸੁੱਖ ਨਾਹੀ ਭੇਖੇ ਨਿਰਤ ਨਾਟੇ, ਸੁੱਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਕਿ ਜਦੋਂ ਅਸੀਂ ਉਸ ਮਾਲਕ ਦੀ ਉਸਤਤ ਕਰਦੇ ਹਾਂ, ਫਿਰ ਮਨ ਨੂੰ ਸੁੱਖ ਮਿਲਦਾ। ਜਦੋਂ ਉਸ ਦਾ ਨਾਮ ਜਪਦੇ ਹਾਂ, ਮਨ ਨੂੰ ਸੁੱਖ ਮਿਲਦਾ। ਜਦੋਂ ਪਰਮਾਤਮਾ ਦੇ ਨਾਮ ਨੂੰ ਸੁਣਦੇ ਹਾਂ, ਅੰਦਰੋਂ ਸਾਨੂੰ ਸੁੱਖ ਪ੍ਰਾਪਤ ਹੁੰਦਾ। ਅਤੇ ਮਹਾਰਾਜ ਕਹਿੰਦੇ, ਇਵੇਂ ਹੀ ਹਰੀ ਦੇ ਜਨ ਫਿਰ ਹਰੀ ਦੇ ਗੁਣ ਗਾਉਂਦੇ ਆ। ਅਸਲੀ ਜਿਹੜਾ ਸਾਡਾ ਕੰਮ ਆ, ਉਹ ਇਹੀ ਆ, ਪਰਮਾਤਮਾ ਦੇ ਗੁਣ ਗਾਉਣੇ, ਉਹਦੀ ਉਸਤਤ ਕਰਨੀ। ਅਤੇ ਮਹਾਰਾਜ ਕਹਿੰਦੇ, ਆਪਣੇ ਜਿਹੜੇ ਕੰਮ ਕਰਨ ਤੋਂ ਆਲਸ ਨਹੀਂ ਕਰਨੀ ਚਾਹੀਦੀ। ਅਤੇ ਇਹ ਜਦੋਂ ਅਸੀਂ ਸਿਮਰਨ ਕਰਦੇ, ਇਹ ਸਿਮਰਨ ਨਾਲ ਸਾਡਾ ਦਰਗਾਹ ਦੇ ਵਿੱਚ ਮੁੱਖ ਉਜਲ ਹੋਣਾ ਅਤੇ ਸਦਾ ਅਸੀਂ ਸੁੱਖ ਪ੍ਰਾਪਤ ਕਰਨਾ। ਮਹਾਰਾਜ ਫਿਰ ਗੁਰਬਾਣੀ ਵਿੱਚ ਫਰਮਾਉਂਦੇ ਆ, ਕਹਿੰਦੇ, ਭੂਖੇ ਖਾਵਤ ਲਾਜ ਨਾ ਆਵੈ, ਤਿਉ ਹਰ ਜਨ ਹਰ ਗੁਣ ਗਾਵੈ, ਆਪਣੇ ਕਾਜ ਕੋ ਕਿਉਂ ਅਲਕਾਈਏ, ਜਿਤ ਸਿਮਰਨ ਦਰਗੇ ਮੁਖ ਉਜਲ, ਸਦਾ ਸਦਾ ਸੁਖ ਪਾਈਏ। ਮਹਾਰਾਜ ਕਹਿੰਦੇ, ਜਿਸ ਸਿਮਰਨ ਕਰਨ ਨਾਲ ਤੁਹਾਡਾ ਮੁੱਖ ਦਰਗਾਹ ਦੇ ਵਿੱਚ ਉਜਲ ਹੋਣਾ ਅਤੇ ਸਦਾ ਵਾਸਤੇ ਤੁਸੀਂ ਸੁਖੀ ਹੋ ਜਾਣਾ, ਉਸ ਸਿਮਰਨ ਨੂੰ ਕਰਨ ਲਈ ਆਲਸ ਨਹੀਂ ਕਰਨਾ ਚਾਹੀਦਾ। ਹਰੀ ਦੇ ਗੁਣ ਗਾਉਣ, ਲੋਕ ਲੱਜਾ ਤੋਂ ਰਹਿਤ ਹੋ ਕੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ। ਤਾਂ ਮਹਾਰਾਜ ਕਹਿੰਦੇ, ਲਾਜ ਮਰੇ ਜੋ ਨਾਮ ਨਾ ਲੇਵੈ। ਮਹਾਰਾਜ ਕਹਿੰਦੇ, ਉਹ ਲਾਜ ਨਾ ਮਰੇ ਜਿਹੜਾ ਪਰਮਾਤਮਾ ਦਾ ਨਾਮ ਨਹੀਂ ਲੈਂਦਾ। ਸੋ ਸਾਨੂੰ ਗੁਰਬਾਣੀ ਦੇ ਵਿੱਚ ਇਹ ਸਾਰਾ ਖੇਲ ਸਮਝਾਇਆ ਕਿ ਸਾਰਾ ਜਿਹੜਾ ਸਾਡਾ ਖੇਲ ਆ, ਉਹ ਮਨ ਦਾ ਆ। ਗੁਰਬਾਣੀ ਵਿੱਚ ਪਰਮਾਤਮਾ ਦਾ, ਆਤਮਾ ਦਾ, ਮਨ ਦਾ ਭੇਦ ਦਿੱਤਾ। ਜੋ ਅਸੀਂ ਭੁੱਲ ਜਾਂਦੇ ਹਾਂ, ਅਤੇ ਗੁਰੂ ਸਾਹਿਬ ਸਾਨੂੰ ਫਿਰ ਵਾਰ-ਵਾਰ ਉਹ ਸਮਝਾਉਂਦੇ ਆ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਵਿਚਾਰਦੇ ਹਾਂ, ਗੁਰੂ ਸਾਹਿਬ ਸਾਨੂੰ ਸਾਡੇ ਮਨ ਦਾ ਖੇਲ ਸਮਝਾਉਂਦੇ ਕਿ ਮਨ ਇੱਕ ਖਿਡਾਰੀ ਦੇ ਰੂਪ ਵਿੱਚ ਇੱਥੇ ਆਇਆ ਖੇਲਣ ਵਾਸਤੇ, ਅਤੇ ਮਨ ਦੇ ਖੇਲ ਨੂੰ ਸਮਝਣਾ ਅਤੇ ਮਨ ਨੇ ਇਸ ਖੇਲ ਨੂੰ ਜਿੱਤਣਾ, ਮਨ ਨੇ ਆਪਣੀ ਪਹਿਚਾਣ ਕਰਨੀ ਅਤੇ ਪਰਮਾਤਮਾ ਨਾਲ ਮਿਲਾਪ ਕਰਨਾ। ਅਤੇ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਆ, ਵਿਨ ਮਨੇ ਜੇ ਹੋਰੀ ਨਾ ਲੁੱਝ ਨਾ ਜਾਸੀ ਜਨਮ ਗਵਾਏ। ਕਹਿੰਦੇ ਕਿ ਜੇ ਮਨ ਤੋਂ ਬਿਨਾਂ ਅਸੀਂ ਹੋਰਾਂ ਦੇ ਨਾਲ ਉਲਝਦੇ ਹਾਂ, ਫਿਰ ਅਸੀਂ ਆਪਣਾ ਜਿਹੜਾ ਜਨਮ ਗਵਾ ਕੇ ਚਲੇ ਜਾਂਦੇ। ਸੋ ਸਾਨੂੰ ਗੁਰਬਾਣੀ ਦੇ ਵਿੱਚ ਸਾਰਾ ਖੇਲ ਸਮਝਾਇਆ ਕਿ ਇਹ ਸਾਡੀ ਵਾਰੀ ਆ, ਇਹ ਸਾਨੂੰ ਅਵਸਰ ਮਿਲਿਆ ਜਿਹੜਾ ਮਾਨਸ ਜਾਮਾ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਮਾਨਸ ਜਾਮਾ ਹੁੰਦਿਆਂ ਹੋਇਆਂ, ਸਵਾਸਾਂ ਦੇ ਹੁੰਦਿਆਂ ਹੋਇਆਂ ਅਸੀਂ ਇਸ ਖੇਲ ਨੂੰ ਜਿੱਤਣਾ ਹੈ। ਅਤੇ ਜਿਹੜਾ ਮਨ ਜਿੱਤ ਜਾਂਦਾ ਇਸ ਖੇਲ ਨੂੰ, ਪਰਮਾਤਮਾ ਨਾਲ ਮਿਲਾਪ ਕਰ ਲੈਂਦਾ, ਉਸ ਦੀ ਵੀ ਸੁੱਖ ਵਿੱਚ ਚਲਾ ਜਾਂਦਾ। ਉਹ ਮਹਾਰਾਜ ਨੇ ਫਿਰ ਆਪਾਂ ਨੂੰ ਗੁਰਬਾਣੀ ਵਿੱਚ ਭੇਜ ਦਿੱਤਾ। ਭਗਤਾਂ ਨੇ, ਗੁਰੂ ਸਾਹਿਬਾਨ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ। ਉਹਨਾਂ ਨੇ ਆਪਾਂ ਨੂੰ ਗੁਰਬਾਣੀ ਦੇ ਵਿੱਚ ਖੋਲ੍ਹ ਕੇ ਸਮਝਾਇਆ ਕਿਵੇਂ ਉਹਨਾਂ ਨੇ ਪਰਮਾਤਮਾ ਨਾਲ ਮਿਲਾਪ ਕੀਤਾ, ਕਿਵੇਂ ਪਰਮਾਤਮਾ ਨੂੰ ਦੇਖ ਕੇ ਫਿਰ ਉਹਨਾਂ ਦਾ ਜਸ ਗਾਉਂਦੇ ਆ। ਭਗਤਾਂ ਨੇ, ਗੁਰੂ ਸਾਹਿਬਾਨ ਨੇ ਪ੍ਰੈਕਟੀਕਲ ਜੀਵਨ ਸਾਨੂੰ ਗੁਰਬਾਣੀ ਵਿੱਚ ਦੱਸਿਆ ਕਿ ਅਸੀਂ ਵੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰਾਂ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਖੇਲ ਨੂੰ ਜਿੱਤ ਸਕਦੇ ਹਾਂ, ਆਪਣੇ ਮੂਲ ਦੀ ਪਹਿਚਾਣ ਕਰ ਸਕਦੇ ਹਾਂ। ਜੋ ਮਹਾਰਾਜ ਸਾਨੂੰ ਸਮਝਾਉਂਦੇ ਆ, ਸੁਨੋ ਰੇ ਤੂੰ ਕੌਣ,
ਕਹਾਂ ਤੇ ਆਇਓ, ਏਤੀ ਨਾ ਜਾਣੀ ਕੇਤਿਕ ਮੁੱਦਤ ਚਲਤੇ ਖਬਰ ਨਾ ਪਾਇਓ। ਮਹਾਰਾਜ ਕਹਿੰਦੇ ਤੁਸੀਂ ਇਸ ਖੇਲ ਨੂੰ ਸਮਝ ਲਓ, ਤੁਸੀਂ ਕੌਣ ਜੇ, ਕਿੱਥੋਂ ਆਏ ਜੇ, ਤੁਹਾਨੂੰ ਇਹ ਵੀ ਨਹੀਂ ਪਤਾ ਕਿ ਇਸ ਸੰਸਾਰ ਵਿੱਚ ਕਿੰਨੀ ਦੇਰ ਵਾਸਤੇ ਆ, ਅਤੇ ਜਾਣ ਲੱਗਿਆ ਵੀ ਨਹੀਂ ਪਤਾ ਲੱਗਣਾ। ਸੋ ਮਹਾਰਾਜ ਕਹਿੰਦੇ ਇਸ ਖੇਲ ਨੂੰ ਸਮਝ ਲਿਆ ਅਤੇ ਇਹ ਖੇਲ ਸਾਨੂੰ ਜਿੱਤਣਾ ਬਹੁਤ ਸੌਖਾ ਹੋ ਜਾਂਦਾ। ਅਤੇ ਮਹਾਰਾਜ ਨੇ ਫਿਰ ਆਪਾਂ ਨੂੰ ਸਮਝਾਇਆ, ਜਿਨ੍ਹਾਂ ਨੇ ਇਸ ਖੇਲ ਨੂੰ ਜਿੱਤਿਆ, ਜਿਹੜੇ ਇਸ ਖੇਲ ਦੇ ਵਿੱਚ ਸ਼ਾਮਲ ਹੋਏ ਅਤੇ ਪਰਮਾਤਮਾ ਨਾਲ ਮਿਲਾਪ ਕੀਤਾ, ਉਹ ਭਗਤਾਂ ਅਤੇ ਗੁਰੂ ਸਾਹਿਬਾਨ ਨੇ ਸਾਨੂੰ ਸਮਝਾਇਆ। ਅਤੇ ਜੋ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਇਆ ਗਿਆ ਆ, ਮਹਾਰਾਜ ਕਹਿੰਦੇ ਸ਼ਬਦਾਂ ਮਾਹੇ ਵਿਖਾਨੀ ਹੈ, ਵਿਰਲਾ ਤਾਂ ਬੂਝੇ ਕੋਈ। ਸਾਰਾ ਖੇਲ ਸਾਨੂੰ ਸ਼ਬਦਾਂ ਦੇ ਵਿੱਚ ਵਿਖਾਇਆ ਹੋਇਆ, ਕਿੱਥੇ ਪਰਮਾਤਮਾ ਵਸਦੇ ਆ, ਕਿਵੇਂ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਕਿਵੇਂ ਸਾਡੇ ਮਨ ਨੂੰ ਇੱਥੇ ਖੇਲਣ ਭੇਜਿਆ, ਮਨ ਨੂੰ ਖੇਲਣ ਭੇਜਣ ਤੋਂ ਪਹਿਲਾਂ ਕੀ ਸਮਝਾਇਆ ਗਿਆ, ਕਿਵੇਂ ਅਸੀਂ ਫਿਰ ਇੱਥੇ ਆ ਕੇ ਸਾਰੇ ਭੁੱਲ ਜਾਂਦੇ ਹਾਂ ਕਿ ਕਿਸ ਮਕਸਦ ਵਾਸਤੇ ਅਸੀਂ ਆਏ ਹਾਂ। ਅਤੇ ਫਿਰ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਗੁਰੂ ਦੁਆਰਾ ਸਾਨੂੰ ਫਿਰ ਸਾਰੀ ਸੋਝੀ ਦਿੱਤੀ ਜਾਂਦੀ ਆ ਕਿ ਕਿਸ ਮਕਸਦ ਵਾਸਤੇ ਤੁਸੀਂ ਆਏ, ਕਿਵੇਂ ਪਰਮਾਤਮਾ ਨੂੰ ਮਿਲਣਾ, ਕਿਵੇਂ ਤੁਸੀਂ ਇਹ ਮਾਇਆ ਦੇ ਦੇਸ਼ ਵਿੱਚ ਆ, ਕਿਵੇਂ ਕਾਲ ਦੇ ਦੇਸ਼ ਵਿੱਚ ਉੱਪਰ ਉੱਠਣਾ, ਤ੍ਰੈਗੁਣਾ ਤੋਂ ਅਤੀਤ ਹੋ ਕੇ ਆਪਣੇ ਘਰ ਦੇ ਵਿੱਚ ਜਾਣਾ। ਇਹ ਸਾਰਾ ਸਾਨੂੰ ਫਿਰ ਗੁਰਬਾਣੀ ਦੇ ਵਿੱਚ ਖੇਲ ਸਮਝਾਇਆ ਜਾਂਦਾ। ਅਤੇ ਜਿਨ੍ਹਾਂ ਨੇ ਇਸ ਖੇਲ ਨੂੰ ਜਿੱਤਿਆ, ਉਹਨਾਂ ਨੇ ਫਿਰ ਆਪਾਂ ਨੂੰ ਦੱਸਿਆ, ਜਿਨ੍ਹਾਂ ਨੇ ਗੁਰਬਾਣੀ ਨੂੰ ਵਿਚਾਰਿਆ, ਇਸ ਖੇਲ ਨੂੰ ਜਿੱਤ ਕੇ ਜੋ ਗੁਰਮੁਖਾਂ ਨੂੰ ਸੰਸਾਰ ਵਿੱਚ ਭੇਜਿਆ ਜਾਂਦਾ, ਸਾਡੇ ਵਰਗੇ ਭੁੱਲੇ ਜੀਵਾਂ ਨੂੰ ਸਮਝਾਉਣ ਵਾਸਤੇ, ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਜਿਸੇ ਨਵਾਜੇ ਗੁਰਮੁਖ ਸਾਜੇ, ਨਾਮ ਵਸੇ ਤਿਸ ਅਨਹਦ ਵਾਜੇ, ਤਿਸ ਹੀ ਸੁਖ ਤਿਸ ਹੀ ਠੁਕਰਾਈ, ਤਿਸੇ ਨਾਵੈ ਜਮ ਨੇੜਾ ਹੈ। ਫਿਰ ਉਹ ਐਸੇ ਗੁਰਮੁਖ ਫਿਰ ਸਾਨੂੰ ਗੁਰਬਾਣੀ ਰਾਹੀਂ ਸਮਝਾਉਂਦੇ ਆ ਕਿ ਕਿਵੇਂ ਤੁਸੀਂ ਇਸ ਖੇਲ ਨੂੰ ਜਿੱਤਣਾ। ਅਤੇ ਜਿਨ੍ਹਾਂ ਭਗਤਾਂ ਨੇ ਜਿੱਤਿਆ, ਗੁਰੂ ਸਾਹਿਬਾਨ ਨੇ ਜਿੱਤਿਆ ਖੇਲ ਨੂੰ, ਫਿਰ ਉਹਨਾਂ ਕਿਹਾ, ਕਹਿੰਦੇ ਕਿ ਅਸੀਂ ਪਰਮਾਤਮਾ ਨੂੰ ਦੇਖਿਆ। ਕਿਵੇਂ ਦੇਖਿਆ, ਕਿਵੇਂ ਉਸ ਨੂੰ ਸੁਣਿਆ, ਉਹਨਾਂ ਨੇ ਫਿਰ ਸਾਨੂੰ ਲਿਖ ਕੇ ਦਿੱਤਾ ਗੁਰਬਾਣੀ ਵਿੱਚ। ਭਗਤ ਨਾਮਦੇਵ ਜੀ ਕਹਿੰਦੇ, ਜਬ ਦੇਖਾਂ ਤਬ ਗਾਵਾਂ, ਤੋ ਜਨ ਧੀਰਜ ਪਾਵਾਂ। ਕਹਿੰਦੇ ਕਿ ਜਦੋਂ ਅਸੀਂ ਪਰਮਾਤਮਾ ਨੂੰ ਦੇਖਦੇ ਹਾਂ, ਫਿਰ ਉਸ ਦੇ ਗੁਣ ਗਾਉਂਦੇ, ਫਿਰ ਸਾਡੇ ਮਨ ਨੂੰ ਧੀਰਜ ਆਉਂਦਾ। ਜਿਵੇਂ ਹੁਣ ਆਪਾਂ ਨੂੰ ਗੁਰਬਾਣੀ ਸਮਝਾਇਆ ਗਿਆ ਹੈ ਨਿਰਗੁਣ ਅਤੇ ਸਰਗੁਣ ਦੇ ਸੰਬੰਧ ਵਿੱਚ, ਕਿ ਸਰਗੁਣ ਜਿਹੜਾ ਅਸੀਂ ਆ ਸਾਰੀ ਸ੍ਰਿਸ਼ਟੀ ਦੇਖ ਰਹੇ, ਇਹਨੂੰ ਦ੍ਰਿਸ਼ਟਮਾਨ ਕਿਹਾ ਆ, ਅਤੇ ਜਿਹੜਾ ਨਿਰਗੁਣ ਪਰਮਾਤਮਾ ਆ ਜੋ ਗੁਪਤ ਆ, ਜਿਹੜਾ ਜਿਸ ਨੂੰ ਅਸੀਂ ਮਿਲਣਾ ਆ, ਜਿਹਨੂੰ ਅਦ੍ਰਿਸ਼ਟ ਕਿਹਾ ਗੁਰਬਾਣੀ 'ਚ, ਦਿਸਦਾ ਨਹੀਂ। ਅਤੇ ਜਿਨ੍ਹਾਂ 'ਤੇ ਮਹਾਰਾਜ ਜੀ ਕਿਰਪਾ ਕਰਦੇ ਆ, ਉਹਨਾਂ ਨੂੰ ਆਪਾ ਜਨਾ ਦਿੰਦੇ ਆ। ਪਰਮਾਤਮਾ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ। ਗੁਰਬਾਣੀ 'ਚ ਮਹਾਰਾਜ ਸਮਝਾਉਂਦੇ ਆ, ਰੂਪ ਨ ਰੇਖ ਨ ਰੰਗ ਕਿਛ, ਤ੍ਰੈਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਕਿ ਜਿਨ੍ਹਾਂ 'ਤੇ ਪਰਮਾਤਮਾ ਖੁਸ਼ ਹੁੰਦੇ ਆ, ਉਹਨਾਂ ਨੂੰ ਆਪਣਾ ਆਪ ਜਨਾ ਦਿੰਦੇ ਆ। ਜੋ ਗੁਰਮੁਖ ਭਗਤੀ ਕਰਦੇ ਆ, ਸਿਮਰਨ ਕਰਦੇ ਆ, ਉਹ ਫਿਰ ਕਿਵੇਂ ਪਰਮਾਤਮਾ ਦੀ ਪ੍ਰਾਪਤੀ ਕਰਦੇ। ਫਿਰ ਜਦੋਂ ਉਸ ਪਰਮਾਤਮਾ ਨਾਲ ਮਿਲ ਲੈਂਦੇ, ਫਿਰ ਦੂਜਿਆਂ ਨੂੰ ਸਮਝਾਉਂਦੇ। ਅਤੇ ਫਿਰ ਆਪਾਂ ਨੂੰ ਗੁਰਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਫਿਰ ਸਮਝਾਇਆ, ਕਹਿੰਦੇ ਜਦੋਂ ਅਸੀਂ ਪਰਮਾਤਮਾ ਨੂੰ ਦੇਖਦੇ ਹਾਂ, ਫਿਰ ਉਸ ਦੇ ਗੁਣ ਗਾਉਂਦੇ ਹਾਂ, ਫਿਰ ਸਾਡੇ ਮਨ ਨੂੰ ਧੀਰਜ ਆਉਂਦਾ। ਫਿਰ ਕਹਿੰਦੇ ਕਿਵੇਂ ਮਿਲਾਪ ਕੀਤਾ ਪਰਮਾਤਮਾ ਨਾਲ, ਕਹਿੰਦੇ ਨਾਦ ਸਮਾਈਲੋ ਰੇ ਸਤਿਗੁਰ ਭੇਟੀਏ ਲੈ ਦੇਵਾ। ਕਹਿੰਦੇ ਕਿ ਜਦੋਂ ਅਸੀਂ ਨਾਦ ਵਿੱਚ ਸਮਾ ਗਏ, ਸਾਡਾ ਸਤਿਗੁਰ ਦੇ ਨਾਲ ਮਿਲਾਪ ਹੋ ਗਿਆ। ਹੁਣ ਗੁਰਬਾਣੀ ਗੁਰੂ ਨੂੰ ਵੀ ਸਤਿਗੁਰ ਦਾ ਖਿਤਾਬ ਦਿੱਤਾ ਆ, ਪਰਮਾਤਮਾ ਨੂੰ ਵੀ ਸਤਿਗੁਰ ਕਿਹਾ ਆ। ਅਤੇ ਭਗਤ ਨਾਮਦੇਵ ਜੀ ਕਹਿੰਦੇ ਜਦੋਂ ਅਸੀਂ ਨਾਦ ਵਿੱਚ ਸਮਾਏ ਅਤੇ ਸਤਿਗੁਰ ਨਾਲ ਸਾਡੀ ਭੇਟ ਹੋ ਗਈ, ਸਤਿਗੁਰ ਨਾਲ ਸਾਡਾ ਮਿਲਾਪ ਹੋ ਗਿਆ। ਹੁਣ ਨਾਦ ਕੀ ਆ, ਜੋ ਪਰਮਾਤਮਾ ਤੋਂ ਪ੍ਰਗਟ ਹੋਈ ਆਵਾਜ਼ ਹੈ। ਜਦੋਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਜਿਸ ਨੂੰ ਸਹਿਜ ਧੁਨ ਨਾਦ ਤੂਰ ਕਿਹਾ ਆ, ਅਨਹਦ ਸ਼ਬਦ ਕਿਹਾ, ਅਨਹਦ ਬਾਣੀ ਕਿਹਾ ਆ, ਜਿਹਨੂੰ ਕਨੇਰੇ ਸ਼ਬਦ ਕਿਹਾ ਆ। ਜੋ ਆਪਾਂ ਪੜ੍ਹਦੇ ਹਾਂ ਗੁਰਬਾਣੀ 'ਚ, ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ, ਜੋ ਪਰਮਾਤਮਾ ਤੋਂ ਪ੍ਰਗਟ ਹੋਈ ਆਵਾਜ਼ ਆ। ਅਤੇ ਭਗਤ ਨਾਮਦੇਵ ਜੀ ਦੱਸਦੇ, ਕਹਿੰਦੇ ਜਦੋਂ ਅਸੀਂ ਉਸ ਆਵਾਜ਼ ਵਿੱਚ ਸਮਾ ਗਏ ਅਤੇ ਅਸੀਂ ਪਰਮਾਤਮਾ ਨਾਲ ਮਿਲਾਪ ਕਰ ਲਿਆ, ਕਿਉਂਕਿ ਜਿਸ ਮੁੱਖ ਤੋਂ ਆਵਾਜ਼ ਆ ਰਹੀ ਸੀ, ਅਸੀਂ ਉੱਥੋਂ ਤੱਕ ਪਹੁੰਚ ਗਏ। ਫਿਰ ਆਉਂਦੇ ਕਿ ਜਿਵੇਂ ਹੁਣ ਆਪਾਂ ਪ੍ਰੈਕਟੀਕਲ ਅਭਿਆਸ ਕਰਦੇ ਹਾਂ, ਸਿਮਰਨ ਕਰਦਿਆਂ ਕਈ ਤਰ੍ਹਾਂ ਦੇ ਸਾਡੇ ਨਾਲ ਪ੍ਰੈਕਟੀਕਲ ਹੁੰਦੇ। ਜਦੋਂ ਅਸੀਂ ਸਿਮਰਨ ਕਰਦੇ ਹਾਂ, ਕਈ ਵਾਰੀ ਹੁੰਦਾ ਹੈ ਕਿ ਸਿਮਰਨ ਕਰਦਿਆਂ ਸਾਡਾ ਜਦੋਂ ਮਨ ਸਹਿਜ ਵਿੱਚ ਚਲਾ ਜਾਂਦਾ ਹੈ, ਸਾਨੂੰ ਝਿਲਮਿਲ ਦਿਸਣੀ ਸ਼ੁਰੂ ਹੋ ਜਾਂਦੀ।
ਤੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਜਿਸ ਝਿਲਮਿਲ ਕਾਰਜ ਸੰਤਾ ਤੇ ਅਨਹਦ ਸ਼ਬਦ ਵਿਜੰਤਾ, ਕਿ ਜਦੋਂ ਆਪਾਂ ਫਿਰ ਸਿਮਰਨ ਕਰਦੇ ਕਰਦੇ ਸਹਿਜ ਵਿੱਚ ਚਲੇ ਜਾਂਦੇ ਹਾਂ, ਜਿੱਥੇ ਜਦੋਂ ਅਸੀਂ ਨਾਭੀ 'ਤੇ ਕਈ ਵਾਰੀ ਧਿਆਨ ਲਾ ਕੇ ਬੈਠਦੇ ਹਾਂ, ਇੱਥੋਂ ਝਿਲਮਿਲ ਦਿਸਣੀ ਸ਼ੁਰੂ ਹੋ ਜਾਂਦੀ, ਜਿਵੇਂ ਛੋਟੇ ਛੋਟੇ ਤਾਰੇ ਇੱਦਾਂ ਝਿਲਮਿਲ ਕਰਦੇ ਆ। ਉਹ ਸਾਡੇ ਛੇਕ ਆ ਇੱਥੇ, ਜਿੱਥੇ ਸੁਖਮਨਾ ਨਾੜੀ ਵਿੱਚ ਪ੍ਰਕਾਸ਼ ਚੱਲਦਾ। ਉਹ ਫਿਰ ਜਦੋਂ ਸਾਡੀ ਸੁਰਤੀ ਇਕਾਗਰ ਹੁੰਦੀ ਆ, ਸੁਰਤੀ ਉੱਥੇ ਅਸੀਂ ਧਿਆਨ ਲਾ ਕੇ ਬੈਠੇ ਹੁੰਦੇ ਹਾਂ, ਇਕਾਗਰ ਹੁੰਦੀ ਸੁਰਤੀ, ਅਤੇ ਫਿਰ ਉਹ ਪ੍ਰਕਾਸ਼ ਦਿਸਣਾ ਸ਼ੁਰੂ ਹੋ ਜਾਂਦਾ ਸਾਨੂੰ। ਫਿਰ ਉਹ ਕਹਿੰਦੇ ਕਿ ਜਦੋਂ ਫਿਰ ਉੱਥੇ ਅਸੀਂ ਧਿਆਨ ਲਾ ਕੇ ਬੈਠਦੇ ਆ, ਸਾਡੇ ਅਨਹਦ ਸ਼ਬਦ ਚੱਲਣੇ ਸ਼ੁਰੂ ਹੋ ਜਾਂਦੇ ਆ, ਜਿਹੜੀ ਸਾਡੇ ਅੰਦਰੋਂ ਆਵਾਜ਼ ਆ ਰਹੀ ਹੈ। ਅਤੇ ਕਹਿੰਦੇ ਤੈ ਅਨਹਦ ਸ਼ਬਦ ਬਜੰਤਾ, ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ। ਕਹਿੰਦੇ ਕਿ ਫਿਰ ਜਿਹੜੀ ਜੋਤ ਦੇ ਵਿੱਚ ਜੋਤ ਮਿਲਦੀ, ਜਿਹੜਾ ਸਾਡਾ ਮਨ ਆ ਇਹ ਵੀ ਪ੍ਰਕਾਸ਼ ਰੂਪ ਆ, ਅਤੇ ਜਿਸ ਪਰਮਾਤਮਾ ਤੋਂ ਇਹ ਮਨ ਪ੍ਰਗਟ ਹੋਇਆ ਉਹ ਵੀ ਪ੍ਰਕਾਸ਼ ਰੂਪ ਆ। ਹੁਣ ਜਿਹੜਾ ਮਨ ਆ ਇਹਨੇ ਪਰਮਾਤਮਾ ਵਿੱਚ ਮਿਲਣਾ, ਉਹਨੂੰ ਕਹਿੰਦੇ ਜੋਤ ਵਿੱਚ ਜੋਤ ਮਿਲ ਗਈ। ਅਤੇ ਹੁਣ ਜਿਹੜਾ ਸਾਡਾ ਮਨ ਆ, ਮਹਾਰਾਜ ਕਹਿੰਦੇ ਜਦੋਂ ਉਹਦੇ ਵਿੱਚ ਸਮਾ ਜਾਂਦਾ ਜੋਤ ਵਿੱਚ ਜੋਤ, ਕਹਿੰਦੇ ਇਹ ਸਾਰਾ ਭੇਦ ਗੁਰੂ ਦੁਆਰਾ ਸਮਝ ਲੱਗਦੀ, ਮੈਂ ਗੁਰ ਪ੍ਰਸਾਦੀ ਜਾਨੀ। ਫਿਰ ਕਹਿੰਦੇ ਰਤਨ ਕਮਲ ਕੋਠੜੀ ਚਮਕਾਰ ਬੀਜਲ ਤਹੀਂ। ਜਿਵੇਂ ਹੁਣ ਤੁਸੀਂ ਵੀ ਕਈ ਵਾਰੀ ਸਿਮਰਨ ਕਰਦੇ ਆ, ਸਿਮਰਨ ਕਰਦਿਆਂ ਕਰਦੇ ਕਈ ਵਾਰੀ ਹੁੰਦਾ ਆ ਕਿ ਜਦੋਂ ਸਾਡੇ ਨੇਤਰ ਬੰਦ ਹੁੰਦੇ ਆ ਅਤੇ ਇੱਦਾਂ ਮਹਿਸੂਸ ਹੁੰਦਾ ਹੈ ਜਿਵੇਂ ਇੱਕ ਰੌਸ਼ਨੀ ਆਏ, ਜਿੱਦਾਂ ਬਿਜਲੀ ਚਮਕਦੀ ਹੋਵੇ। ਜਿਵੇਂ ਆਪਾਂ ਬਾਹਰ ਦੇਖਦੇ ਹਾਂ ਨਾ, ਜਦੋਂ ਮੀਂਹ ਹਨੇਰੀ ਆਉਂਦੀ ਹੈ ਤਾਂ ਇੱਦਾਂ ਬਿਜਲੀ ਚਮਕਦੀ ਹੁੰਦੀ ਕਈ ਵਾਰੀ, ਇੱਦਾਂ ਹੀ ਜਦੋਂ ਆਪਣਾ ਧਿਆਨ ਅੰਤਰਗਤ ਲੱਗਦਾ ਆ ਅਤੇ ਕਈ ਵਾਰੀ ਇੱਦਾਂ ਪ੍ਰਕਾਸ਼ ਦਾ ਲਿਸ਼ਕਾਰਾ ਪੈਂਦਾ ਆ। ਉਹ ਗੁਰਬਾਣੀ ਦੇ ਵਿੱਚ ਸਾਨੂੰ ਭਗਤ ਨੇ ਪ੍ਰੈਕਟੀਕਲ ਦੱਸਿਆ ਹੈ ਕਿ ਜਦੋਂ ਇੱਦਾਂ ਬਿਜਲੀ ਦੀ ਲਿਸ਼ਕ ਪੈਂਦੀ, ਫਿਰ ਤੁਸੀਂ ਗੁਰਬਾਣੀ ਰਾਹੀਂ ਸਮਝਾ ਸਕਦੇ ਆ, ਜਾਂ ਜਦੋਂ ਤੁਸੀਂ ਆਪ ਵੀ ਅਭਿਆਸ ਕਰ ਰਹੇ ਆ। ਸਾਡਾ ਇਹ ਪ੍ਰੈਕਟੀਕਲ ਕਈ ਵਾਰੀ ਹੁੰਦਾ ਆ ਕਿ ਜਦੋਂ ਸਾਡੀ ਸੁਰਤੀ ਇਕਾਗਰ ਹੋਈ ਹੁੰਦੀ ਆ ਅਤੇ ਸਾਨੂੰ ਇੱਦਾਂ ਪ੍ਰਕਾਸ਼ ਦਾ ਲਿਸ਼ਕਾਰਾ ਪੈਂਦਾ। ਫਿਰ ਕਹਿੰਦੇ ਜਿਹੜਾ ਪਰਮਾਤਮਾ ਹੈ ਉਹ ਸਾਰਿਆਂ ਤੋਂ ਨੇੜੇ ਆ, ਸਾਡੇ ਨੇੜੇ ਨਾ ਹੀ ਦੂਰ, ਨਿਜ ਆਤਮੇ ਰਿਹਾ ਭਰਪੂਰ। ਕਹਿੰਦੇ ਕਿ ਪਰਮਾਤਮਾ ਸਾਰਿਆਂ ਤੋਂ ਨੇੜੇ ਆ, ਦੂਰ ਨਹੀਂ ਆ, ਪਰਮਾਤਮਾ ਸਾਰਿਆਂ ਤੋਂ ਨੇੜੇ ਆ। ਕਿਉਂਕਿ ਭਗਤਾਂ ਨੇ ਪਰਮਾਤਮਾ ਨੂੰ ਦੇਖਿਆ ਅਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਕਿ ਰਵਿਦਾਸ ਹਾਥ ਪੈ ਨੇੜੇ, ਕਿ ਹੱਥ ਤੋਂ ਨੇੜੇ ਆ ਪਰਮਾਤਮਾ, ਜਿਸ ਦੀ ਅਸੀਂ ਪ੍ਰਾਪਤੀ ਕਰਨੀ, ਕਿਉਂਕਿ ਉਹੀ ਸਾਨੂੰ ਸਵਾਸ ਦੇ ਰਿਹਾ ਹੈ, ਸਾਡੇ ਹਰ ਵਕਤ ਨਾਲ ਵਸ ਰਿਹਾ ਪਰਮਾਤਮਾ, ਸਾਡੇ ਅੰਦਰ ਵੀ ਹੈ ਅਤੇ ਬਾਹਰ ਵੀ ਹੈ। ਫਿਰ ਕਹਿੰਦੇ ਪਰਮਾਤਮਾ ਕਿੱਥੇ ਆ, ਜਦੋਂ ਆਪਾਂ ਅੰਦਰ ਪ੍ਰੈਕਟੀਕਲ ਕਰਦੇ ਹਾਂ, ਕਹਿੰਦੇ ਨਿਜ ਆਤਮੇ ਰਿਹਾ ਭਰਪੂਰ, ਕਿ ਜਿਹੜਾ ਸਾਡੇ ਮਨ ਦਾ ਘਰ ਆ, ਜਿਹਨੂੰ ਨਿਜ ਘਰ ਨਿਜ ਮਹਿਲ 10ਵਾਂ ਦੁਆਰ ਗੁਰਬਾਣੀ 'ਚ ਕਿਹਾ ਆ। ਜਦੋਂ ਫਿਰ ਆਪਾਂ ਇੱਦਾਂ ਸਿਮਰਨ ਅਭਿਆਸ ਕਰਦੇ, ਸੁਣਨ ਵਿੱਚ ਮਨ ਪ੍ਰਵੇਸ਼ ਹੁੰਦਾ, ਫਿਰ ਉੱਥੇ ਜਾ ਕੇ ਪਰਮਾਤਮਾ ਨਾਲ ਮਿਲਾਪ ਹੁੰਦਾ। ਇੱਦਾਂ ਫਿਰ ਉਹ ਕਹਿੰਦੇ ਕਿ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਜਾਂਦੇ, ਗੁਰੂ ਸਾਹਿਬ ਦੁਆਰਾ ਸਾਨੂੰ ਇਹ ਸੋਝੀ ਆਉਂਦੀ ਆ, ਗੁਰ ਪ੍ਰਸਾਦੀ ਜਾਣਿਆ ਜਾਂ ਨਾਮਾ ਸਹਿਜ ਸਮਾਨਿਆ, ਫਿਰ ਸਾਡਾ ਮਨ ਸਹਿਜ ਵਿੱਚ ਸਮਾ ਜਾਂਦਾ। ਹੁਣ ਵੀ ਕੀ ਹੁੰਦਾ ਹੈ ਕਿ ਜਦੋਂ ਆਪਾਂ ਪ੍ਰੈਕਟੀਕਲ ਅਭਿਆਸ ਕਰਦਿਆਂ ਅਸੀਂ ਜਿਉਂਦਿਆਂ ਜੀ ਮਰਨਾ ਸਿੱਖਣਾ ਹੁੰਦਾ, ਜਿਹਨੂੰ ਮਹਾਰਾਜ ਗੁਰਬਾਣੀ 'ਚ ਦੱਸਦੇ ਆ, ਗੁਰ ਪ੍ਰਸਾਦੀ ਜੀਵਤ ਮਰੇ, ਮਰ ਜੀਵੈ ਸ਼ਬਦ ਕਮਾਏ, ਮੁਕਤ ਦੁਆਰਾ ਸੋਈ ਪਾਏ ਜੇ ਵਿੱਚੋਂ ਆਪ ਗਵਾਏ। ਕਹਿੰਦੇ ਕਿ ਗੁਰੂ ਦੀ ਕਿਰਪਾ ਦੁਆਰਾ ਮਨ ਨੂੰ ਮਾਰਨਾ ਹੁੰਦਾ ਜਿਉਂਦਿਆਂ ਜੀ, ਵਿਚਾਰਾਂ ਤੋਂ ਰਹਿਤ ਕਰਨਾ। ਅਤੇ ਜਦੋਂ ਸਾਡਾ ਮਨ ਮਰ ਜਾਂਦਾ, ਕੀ ਨਿਸ਼ਾਨੀ ਹੈ, ਮਹਾਰਾਜ ਫਿਰ ਗੁਰਬਾਣੀ 'ਚ ਦੱਸਦੇ ਆ, ਕਹਿੰਦੇ ਇਹ ਮਨ ਨੂੰ ਉਦੋਂ ਤੱਕ ਮਰਿਆ ਨਹੀਂ ਸਮਝਣਾ ਜਦੋਂ ਤੱਕ ਇਹ ਸੁਣ ਵਿੱਚ ਜਾ ਕੇ ਪਰਮਾਤਮਾ ਦੇ ਨਾਮ ਨੂੰ ਨਹੀਂ ਸੁਣਦਾ। ਮਰ ਜੀਵੈ ਸ਼ਬਦ ਕਮਾਏ, ਕਿ ਜਿੰਨਾ ਚਿਰ ਇਹਨੂੰ ਅੰਦਰੋਂ ਸ਼ਬਦ ਦੀ ਸੁਣਾਈ ਨਹੀਂ ਦਿੰਦਾ, ਸੁਣ ਦੇ ਵਿੱਚ ਜਾ ਕੇ, ਜਿਵੇਂ ਹੁਣ ਆਪਾਂ ਸਿਮਰਨ ਅਭਿਆਸ ਕਰਦੇ ਹਾਂ, ਕਰਦਿਆਂ ਕਈ ਵਾਰੀ ਅਸੀਂ ਸੁਣਨ ਚਲੇ ਜਾਂਦੇ ਹਾਂ, ਫਿਰ ਉੱਠਦੇ ਫਿਰ ਵਿਚਾਰਾਂ 'ਚ ਮਨ ਚਲਾ ਜਾਂਦਾ, ਕਈ ਵਾਰੀ ਸੁਪਨੇ 'ਚ ਚਲਾ ਜਾਂਦਾ। ਫਿਰ ਮਹਾਰਾਜ ਕਹਿੰਦੇ ਇਹਨੂੰ ਸੁਣਨ 'ਚ ਗਿਆ ਨਾ ਸਮਝੋ। ਫਿਰ ਉਦਾਹਰਨ ਦਿੰਦੇ ਸੱਪ ਦੀ, ਕਹਿੰਦੇ ਜਿਵੇਂ ਇੱਕ ਸੱਪ ਆ, ਉਹਨੂੰ ਖੁੱਡ ਦੇ ਵਿੱਚ ਬੰਨ੍ਹਿਆ ਅਤੇ ਅਸੀਂ ਉੱਤੋਂ ਖੁੱਡ ਬੰਦ ਕਰ ਦਿੱਤੀ, ਸੋਚਿਆ ਕਿ ਉਹ ਮਰ ਗਿਆ, ਪਰ ਉਹਨੂੰ ਮਰਿਆ ਨਾ ਸਮਝੋ। ਇੱਦਾਂ ਹੀ ਮਹਾਰਾਜ ਗੁਰਬਾਣੀ 'ਚ ਦੱਸਦੇ ਕਿ ਸਾਡਾ ਮਨ ਆ, ਕਈ ਵਾਰੀ ਹੁੰਦਾ ਕਿ ਅਸੀਂ ਸਿਮਰਨ ਕਰਦੇ ਇੱਦਾਂ ਅਸੀਂ ਸੋਚਦੇ ਅਸੀਂ ਸੁਣਨ 'ਚ ਬੈਠੇ, ਪਰ ਮਨ ਕਈ ਵਾਰੀ ਸੁਪਨੇ 'ਚ ਚਲੇ ਜਾਂਦਾ, ਕਈ ਵਾਰੀ ਵਿਚਾਰ ਇੱਧਰ ਫਿਰ ਆ ਕੇ ਵਿਚਾਰ ਲੈਣੇ ਸ਼ੁਰੂ ਕਰ ਦਿੰਦਾ। ਅਤੇ ਮਹਾਰਾਜ ਗੁਰਬਾਣੀ 'ਚ ਦੱਸਦੇ ਕਹਿੰਦੇ ਗੋਬਿੰਦ ਭਜਨ ਕੀ ਮਤ ਹੈ ਹੋਰਾ,
ਵਰਮੀ ਮਾਰੀ ਸਾਪ ਨਾ ਮਰੀ, ਨਾਮ ਨਾ ਸੁਣੀ ਡੋਰਾ। ਕਹਿੰਦੇ ਕਿ ਉਨਾ ਚਿਰ ਇਹ ਮਨ ਮਰਦਾ ਨਹੀਂ ਜਿੰਨਾ ਚਿਰ ਸੁੰਨ ਵਿੱਚ ਜਾ ਕੇ ਅੰਦਰੋਂ ਨਾਮ ਨਹੀਂ ਸੁਣਦਾ। ਹੁਣ ਜਿਹੜਾ ਅਸੀਂ ਭਗਤੀ ਕਰ ਰਹੇ ਹਾਂ, ਪ੍ਰੈਕਟੀਕਲ ਕਰ ਰਹੇ ਹਾਂ, ਜਿਸ ਪ੍ਰਮਾਤਮਾ ਨੂੰ ਅਸੀਂ ਆਵਾਜ਼ ਦੇ ਰਹੇ ਹਾਂ, ਫਿਰ ਅਸੀਂ ਉਸ ਪ੍ਰਮਾਤਮਾ ਦੀ ਅੰਦਰੋਂ ਆਵਾਜ਼ ਸੁਣਨੀ ਹੁੰਦੀ ਹੈ। ਫਿਰ ਉਹਨਾਂ ਨੇ ਆਪਾਂ ਨੂੰ ਸਮਝਾਇਆ ਕਿ ਇਸ ਤਰੀਕੇ ਨਾਲ ਤੁਸੀਂ ਮਨ ਨੂੰ ਮਾਰਨਾ ਕਿ ਅੰਦਰੋਂ ਨਾਮ ਨੂੰ ਸੁਣੇ। ਫਿਰ ਇਹਦੀ ਨਿਸ਼ਾਨੀ ਜਦੋਂ ਅੰਦਰ ਸੁਣਨ ਵਿੱਚ ਨਾਮ ਨੂੰ ਸੁਣਨਾ ਸ਼ੁਰੂ ਕਰ ਦਿੱਤਾ, ਪ੍ਰਮਾਤਮਾ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੱਤਾ, ਤਰਲੋਕੀ ਤੋਂ ਮਨ ਉੱਪਰ ਉੱਠ ਗਿਆ। ਫਿਰ ਮਹਾਰਾਜ ਕਹਿੰਦੇ ਜਦੋਂ ਅਸੀਂ ਫਿਰ ਇਸ ਸੰਸਾਰ ਵਿੱਚ ਆਉਂਦੇ ਹਾਂ, ਇੱਥੇ ਫਿਰ ਮਨ ਕੀ ਕਰਦਾ ਹੈ, ਧਾਤ ਦਾ ਰਸਤਾ ਛੱਡ ਜਾਂਦਾ। ਜਦੋਂ ਮਨ ਸਾਡਾ ਮਰ ਜਾਂਦਾ, ਵਿਚਾਰਾਂ ਤੋਂ ਰਹਿਤ ਹੋ ਜਾਂਦਾ, ਫਿਰ ਜਦੋਂ ਅਸੀਂ ਤਰਲੋਕੀ ਵਿੱਚ ਵੀ ਵਿਚਰਦੇ ਹਾਂ ਤੇ ਮਹਾਰਾਜ ਕਹਿੰਦੇ ਮਨ ਮਰੇ ਧਾਤ ਮਰ ਜਾਏ, ਬਿਨ ਮੂਏ ਕੈਸੇ ਹਰ ਪਾਏ। ਇਹ ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ। ਕਹਿੰਦੇ ਕਿ ਜਿਹੜਾ ਮਨ ਸ਼ਬਦ ਦੁਆਰਾ ਮਰਦਾ ਆ ਉਹ ਬੁੱਝਦਾ ਆ। ਹੁਣ ਜਦੋਂ ਅਸੀਂ ਸਿਮਰਨ ਅਭਿਆਸ ਕਰਦੇ, ਪਹਿਲਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਮਨ ਨੂੰ ਵਿਚਾਰਾਂ ਤੋਂ ਰਹਿਤ ਕਰ ਰਹੇ, ਸ਼ਬਦ ਦੁਆਰਾ ਮਨ ਨੂੰ ਮਾਰ ਰਹੇ। ਅਤੇ ਮਹਾਰਾਜ ਕਹਿੰਦੇ ਕਿ ਜਿਹੜਾ ਧਾਤ ਦਾ ਰਸਤਾ ਹੈ, ਦੋ ਰਸਤੇ ਦੱਸੇ ਗੁਰਬਾਣੀ 'ਚ, ਲਿਵ ਧਾਤ ਦੋਇ ਰਾਹ ਹੈ ਹੁਕਮੀ ਕਾਰ ਕਮਾਏ। ਇੱਕ ਲਿਵ ਦਾ ਰਸਤਾ ਜਿਹਨੂੰ ਪਿਆਰ ਦਾ ਰਸਤਾ ਕਿਹਾ, ਜਿਹਦੇ ਵਿੱਚ ਦਇਆ, ਨਿਮਰਤਾ, ਸਹਿਣਸ਼ੀਲਤਾ, ਜਸ, ਸੰਤੋਖ ਆ। ਦੂਜਾ ਰਸਤਾ ਹੈ ਧਾਤ ਦਾ, ਜਿਹਦੇ ਵਿੱਚ ਰਜੋਗੁਣ ਅਤੇ ਤਮੋਗੁਣ। ਜਦੋਂ ਸਾਡਾ ਮਨ ਰਜੋਗੁਣ 'ਤੇ ਆਉਂਦਾ ਆ, ਕੋਈ ਵੀ ਕਰਮ ਅਸੀਂ ਕਰਦੇ, ਕੋਈ ਨੌਕਰੀ ਕਰਦਾ, ਕੋਈ ਦਿਹਾੜੀ ਕਰਦਾ, ਕੋਈ ਬਿਜ਼ਨਸ ਕਰਦਾ, ਅਤੇ ਰਸਤਾ ਧਾਤ ਦਾ ਅਖਤਿਆਰ ਕਰਦੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਸਾਥ ਲੈਂਦੇ ਹਾਂ, ਇਹਨੂੰ ਧਾਤ ਦਾ ਰਸਤਾ ਕਿਹਾ। ਅਤੇ ਜਦੋਂ ਫਿਰ ਅਸੀਂ ਸ਼ਬਦ ਦੀ ਕਮਾਈ ਕਰਨੀ ਸ਼ੁਰੂ ਕਰ ਦਿੰਦੇ ਹਾਂ, ਅਭਿਆਸ ਕਰਦੇ ਹਾਂ, ਜਦੋਂ ਸਾਡਾ ਮਨ ਸੁਣਨ ਵਿੱਚ ਜਾ ਕੇ ਨਾਮ ਨੂੰ ਸੁਣਨਾ ਸ਼ੁਰੂ ਕਰ ਦਿੰਦਾ, ਫਿਰ ਇੱਧਰੋਂ ਧਾਤ ਦੇ ਰਸਤੇ ਤੋਂ ਵੀ ਛੁੱਟ ਜਾਂਦਾ। ਤਾਂ ਮਾਰੇ ਕਹਿੰਦੇ ਮਨ ਮਰੇ ਧਾਤ ਮਰ ਜਾਏ, ਧਾਤ ਦਾ ਰਸਤਾ ਫਿਰ ਛੁੱਟ ਜਾਂਦਾ ਇਹਦੇ ਤੋਂ। ਹੁਣ ਕਹਿੰਦੇ ਕਿ ਬਿਨ ਮੋਏ, ਮਨ ਜਿਹੜਾ ਆ ਬਿਨ ਮਨ ਮੋਏ, ਕਿ ਜਿਵੇਂ ਹੁਣ ਸਾਡਾ ਮਨ ਆ, ਜਿੰਨਾ ਚਿਰ ਇਹ ਮਰਦਾ ਨਹੀਂ। ਮਨ ਨੂੰ ਕਿਵੇਂ ਮਾਰਨਾ? ਵਿਚਾਰਾਂ ਤੋਂ ਰਹਿਤ ਕਰਨਾ, ਫੁਰਨਿਆਂ ਤੋਂ ਰਹਿਤ ਕਰਨਾ। ਜਿਹੜੇ ਗਲਤ ਵਿਚਾਰ ਫੁਰਨੇ ਸਾਨੂੰ ਆਉਂਦੇ, ਅਸੀਂ ਇਹਨੂੰ ਲਿਵ ਦੇ ਰਸਤੇ 'ਤੇ ਤੋਰ ਕੇ ਜਦੋਂ ਅਸੀਂ ਸਿਮਰਨ ਭਗਤੀ ਕਰਨੀ, ਉਦੋਂ ਬਿਲਕੁਲ ਵਿਚਾਰ ਖਤਮ ਕਰ ਦੇਣੇ, ਸਤੋਗੁਣੀ ਵਿਚਾਰਾਂ ਤੋਂ ਵੀ ਉੱਪਰ ਉੱਠ ਜਾਣਾ, ਸੁੰਨ ਵਿੱਚ ਚਲੇ ਜਾਣਾ, ਜਿੱਥੇ ਕੋਈ ਵਿਚਾਰ ਨਹੀਂ, ਜਿਹਨੂੰ ਮਹਾਰਾਜ ਕਹਿੰਦੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ। ਹੁਣ ਇਸੇ ਤਰੀਕੇ ਨਾਲ ਫਿਰ ਮਹਾਰਾਜ ਗੁਰਬਾਣੀ 'ਚ ਸਮਝਾਉਂਦੇ ਕਿ ਉਹ ਬੁੱਝਦਾ ਹੈ ਜੀਵ ਜਿਹੜਾ ਸ਼ਬਦ ਦੁਆਰਾ ਆਪਣੇ ਮਨ ਨੂੰ ਮਾਰ ਲੈਂਦਾ। ਜਿਵੇਂ ਹੁਣ ਵਾਰ-ਵਾਰ ਆਪਾਂ ਭਗਤੀ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਅਭਿਆਸ ਕਰ ਰਹੇ ਹਾਂ, ਇਹ ਮਨ ਨੂੰ ਸਾਡੇ ਨੂੰ ਵਿਚਾਰਾਂ ਤੋਂ ਰਹਿਤ ਕਰ ਰਹੇ। ਅਤੇ ਜਿਨ੍ਹਾਂ ਨੇ ਵਿਚਾਰਾਂ ਤੋਂ ਰਹਿਤ ਕੀਤਾ, ਉਹਨਾਂ ਨੇ ਫਿਰ ਆਪਾਂ ਨੂੰ ਸਮਝਾਇਆ। ਉਹ ਕਹਿੰਦੇ ਕਿ ਅਸੀਂ ਬਾਹਰ ਢੂੰਡਣ ਤੋਂ ਛੁੱਟ ਪਏ। ਕਹਿੰਦੇ ਅਸੀਂ ਬਾਹਰ ਲੱਭਦੇ ਸੀ ਕਿ ਪਰਮਾਤਮਾ ਕਿੱਥੇ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਗਏ, ਗੁਰੂ ਨੇ ਘਰ ਵਿੱਚ ਹੀ ਦਿਖਾ ਦਿੱਤਾ। ਫਿਰ ਉਹ ਕਹਿੰਦੇ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਅਨੁਭਵ ਅਚਰਜ ਰੂਪ ਪ੍ਰਭ ਵੇਖਿਆ, ਮੇਰਾ ਮਨ ਛੋੜ ਨ ਕਤੂ ਜਾਇਆ ਥਾ। ਫਿਰ ਗੁਰੂ ਸਾਹਿਬ ਦੱਸਦੇ ਆ, ਪੰਜਵੇਂ ਪਾਤਸ਼ਾਹ ਕਹਿੰਦੇ ਕਿ ਅਸੀਂ ਛੁੱਟ ਗਏ ਬਾਹਰ ਲੱਭਣ ਤੋਂ ਪਰਮਾਤਮਾ ਨੂੰ। ਗੁਰੂ ਨੇ ਸਾਨੂੰ ਪਰਮਾਤਮਾ ਘਰ ਹੀ ਦਿਖਾ ਦਿੱਤਾ। ਅਤੇ ਕਹਿੰਦੇ ਜਦੋਂ ਅਸੀਂ ਪਰਮਾਤਮਾ ਨੂੰ ਦੇਖਿਆ, ਫਿਰ ਮਨ ਉਹਨੂੰ ਛੱਡ ਕੇ ਕਿਤੇ ਨਹੀਂ ਗਿਆ, ਕਿਉਂਕਿ ਅਸਲੀ ਜਿਹੜਾ ਸਾਡਾ ਸਰੂਪ ਹੈ, ਜਦੋਂ ਸਾਨੂੰ ਉਸ ਦੀ ਪਹਿਚਾਣ ਆ ਜਾਂਦੀ, ਫਿਰ ਸਾਡਾ ਮਨ ਉਸ ਮਾਲਕ ਦੇ ਨਾਲ ਰਹਿੰਦਾ, ਜਿਹਨੂੰ ਮਹਾਰਾਜ ਕਹਿੰਦੇ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਕਿ ਹਰ ਵਕਤ ਹਰੀ ਦੇ ਨਾਲ ਹੁਣ ਵਸ। ਜਦੋਂ ਸੋਝੀ ਆ ਜੇ ਕਿ ਹਰ ਪਰਮਾਤਮਾ ਸਾਡੇ ਨਾਲ ਰਹਿੰਦੇ ਆ, ਅਤੇ ਪਰਮਾਤਮਾ ਨੂੰ ਜਦੋਂ ਅਸੀਂ ਦੇਖ ਲਈਏ, ਫਿਰ ਮਹਾਰਾਜ ਕਹਿੰਦੇ ਕਿ ਉਹ ਪਰਮਾਤਮਾ ਅਦ੍ਰਿਸ਼ਟ ਆ, ਅਗੋਚਰ ਆ, ਪਾਰ ਬ੍ਰਹਮ। ਅਤੇ ਜਦੋਂ ਸਾਧੂ ਫਿਰ ਸਾਨੂੰ ਉਹ ਭੇਦ ਦਿੰਦੇ ਆ, ਕਥ ਕਥਾ ਦੁਆਰਾ ਵਿਛੜਨ ਤੋਂ ਮਿਲਾਪ ਦਾ ਰਸਤਾ ਦੱਸਦੇ ਆ, ਫਿਰ ਉਹ ਦੱਸਦੇ ਆ ਕਿ ਅਨਹਦ ਸ਼ਬਦ 10ਵੇਂ ਦੁਆਰ ਦੇ ਵਿੱਚ ਵੱਜਦੇ ਆ, ਅਤੇ ਉੱਥੇ ਨਾਮ ਦੀ ਪ੍ਰਾਪਤੀ ਹੁੰਦੀ, ਜਿਹਨੂੰ ਮਹਾਰਾਜ ਕਹਿੰਦੇ ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ, ਅਨਹਦ ਸ਼ਬਦ 10ਵੇਂ ਦੁਆਰ ਵੱਜਿਓ ਅਤੇ ਅੰਮ੍ਰਿਤ ਨਾਮ ਚੁਆਇਆ ਥਾ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ 'ਚ ਦੱਸਿਆ ਗਿਆ ਹੈ ਕਿ ਤੁਸੀਂ ਪਰਮਾਤਮਾ ਨਾਲ ਮਿਲਾਪ ਕਰ ਸਕਦੇ। ਇਸ ਜੀਵਨ ਦਾ ਜਿਸ ਮਕਸਦ ਵਾਸਤੇ ਅਸੀਂ ਆਏ ਹਾਂ, ਇਸ ਜੀਵਨ ਦਾ ਲਾਹਾ ਤੁਸੀਂ ਖੱਟ ਸਕਦੇ ਆ। ਫਿਰ ਆਪਾਂ ਨੂੰ ਸਮਝਾਇਆ, ਕਹਿੰਦੇ ਕਿ ਹੁਣ ਜਦੋਂ ਸੁਣਨ ਵਿੱਚ ਮਨ ਸਮਾ ਗਿਆ, ਅਤੇ ਮਹਾਰਾਜ ਕਹਿੰਦੇ ਸੁਣ ਸਹਿਜ ਮੇ ਰਹਿਓ ਸਮਾਏ। ਕਹਿੰਦੇ ਫਿਰ ਸਾਡਾ ਮਨ
ਸੁੰਨ ਅਤੇ ਸਹਿਜ ਵਿੱਚ ਸਮਾਇਆ ਰਿਹਾ। ਜਦੋਂ ਅਸੀਂ ਹੁਣ ਭਗਤੀ ਕਰਦੇ ਹਾਂ, ਸੁੰਨ ਸਹਿਜ ਮੇ ਰਹਿ ਸਮਾਏ, ਜਦੋਂ ਸਾਡਾ ਮਨ ਸੁੰਨ ਸਹਿਜ ਵਿੱਚ ਸਮਾ ਜਾਂਦਾ ਅਤੇ ਫਿਰ ਮਹਾਰਾਜ ਕਹਿੰਦੇ ਮਨ ਮੱਧੇ ਜਾਣੇ ਜੇ ਕੋਏ, ਜੋ ਬੋਲੇ ਸੋ ਆਪੇ ਹੋਏ। ਕਿ ਜਦੋਂ ਮਨ ਸੁੰਨ ਵਿੱਚ ਸਮਾ ਗਿਆ, ਇਸ ਦਾ ਆਪਾ ਖਤਮ ਹੋ ਜਾਣਾ। ਉਸ ਵਕਤ ਫਿਰ ਮਨ ਨੇ ਨਹੀਂ ਬੋਲਣਾ, ਜੋ ਬੋਲਦਾ ਫਿਰ ਪਰਮਾਤਮਾ ਬੋਲਦਾ। ਜਦੋਂ ਅਸੀਂ ਤ੍ਰੈ ਗੁਣਾਂ ਦੇ ਵਿੱਚ ਹੁੰਦੇ ਹਾਂ, ਪੰਜਾਂ ਦਾ ਸਾਥ ਲੈਂਦੇ ਹਾਂ, ਉਸ ਵਕਤ ਇਹ ਪੰਜ ਜਾਣੇ ਮਨ ਨੂੰ ਆਪਣੇ ਤਰੀਕੇ ਦੁਆਰਾ ਖਿਡਾਉਂਦੇ ਆ। ਮਹਾਰਾਜ ਕਹਿੰਦੇ ਪੰਚ ਦੂਤ ਚਿਤਵੇ ਵਿਕਾਰਾ, ਮਾਇਆ ਮੋਹ ਇਹ ਪਸਾਰਾ। ਕਦੇ ਕਾਮ ਦੀ ਭਾਸ਼ਾ ਬੋਲਦਾ, ਕਦੇ ਕ੍ਰੋਧ ਦੀ ਭਾਸ਼ਾ ਬੋਲਦਾ, ਕਦੇ ਲੋਭ ਦੀ ਭਾਸ਼ਾ ਬੋਲਦਾ, ਕਦੇ ਮੋਹ, ਕਦੇ ਹੰਕਾਰ। ਹੁਣ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਹੈ ਕਿ ਜਦੋਂ ਸਾਡਾ ਮਨ ਸੁੰਨ ਵਿੱਚ ਸਮਾ ਜਾਂਦਾ, ਜਿਉਂਦਿਆਂ ਜੀ ਮਰ ਜਾਂਦਾ, ਮਾਲਕ ਦੀ ਆਵਾਜ਼ ਨੂੰ ਸੁਣ ਲੈਂਦਾ, ਮਾਲਕ ਵਿੱਚ ਸਮਾ ਜਾਂਦਾ, ਫਿਰ ਕੌਣ ਬੋਲਦਾ ਆ? ਫਿਰ ਮਹਾਰਾਜ ਕਹਿੰਦੇ ਮਨ ਮੱਧੇ ਜਾਣੇ ਜੇ ਕੋਏ, ਜੋ ਬੋਲੇ ਸੋ ਆਪੇ ਹੋਏ। ਜੋਤ ਮੰਤਰ ਮਨਸਤਰ ਕਰੇ, ਕਹਿ ਕਬੀਰ ਸੋ ਪ੍ਰਾਣੀ ਤਰੇ। ਉਹ ਕਹਿੰਦੇ ਕਿ ਇਸ ਤਰੀਕੇ ਨਾਲ ਜਦੋਂ ਤੁਸੀਂ ਸੁੰਨ ਵਿੱਚ ਸਮਾਏ ਰਹਿੰਦੇ ਆ, ਫਿਰ ਤੁਸੀਂ ਤਰਦੇ ਆ। ਹੁਣ ਆਪਾਂ ਸਾਰਾ ਦਿਨ ਕਰਮ ਵੀ ਕਰਨਾ, ਪਰ ਜਦੋਂ ਪ੍ਰੈਕਟੀਕਲ ਅਭਿਆਸ ਕਰਨਾ, ਅਸੀਂ ਇਹੀ ਕੋਸ਼ਿਸ਼ ਕਰਨੀ ਹੁੰਦੀ ਵਾਰ-ਵਾਰ ਸੁੰਨ ਦੇ ਵਿੱਚ ਜਾਣ ਦੀ, ਕਿ ਸਿਮਰਨ ਕਰਦਿਆਂ ਕਰਦਿਆਂ ਇੰਨਾ ਅਸੀਂ ਸਹਿਜ ਵਿੱਚ ਚਲੇ ਜਾਈਏ ਜਿੱਥੇ ਸਾਡੇ ਜਾ ਕੇ ਵਿਚਾਰ ਖਤਮ ਹੋ ਜਾਣ, ਜਿੱਥੇ ਜਾ ਕੇ ਅਸੀਂ ਪਰਮਾਤਮਾ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਈਏ। ਇੱਕ ਹੁੰਦਾ ਸਮਦ੍ਰਿਸ਼ਟ। ਸਮਦ੍ਰਿਸ਼ਟ ਜੇ ਅਸੀਂ ਕਰਮ ਕਰਦੇ ਨਾਲ ਸਿਮਰਨ ਕਰਦੇ ਹਾਂ, ਇਵੇਂ ਹੀ ਜਦੋਂ ਸਾਨੂੰ ਫਿਰ ਮਾਲਕ ਦੀ ਆਵਾਜ਼ ਸੁਣਨੀ ਸ਼ੁਰੂ ਹੋ ਜਾਂਦੀ, ਨਾਮ ਅੰਦਰੋਂ ਸੁਣਨਾ ਸ਼ੁਰੂ ਹੋ ਜਾਂਦਾ, ਫਿਰ ਅਸੀਂ ਕਰਮ ਕਰਦੇ ਹੋਏ ਉਸ ਆਵਾਜ਼ ਨੂੰ ਵੀ ਸੁਣ ਰਹੇ। ਲੇਕਿਨ ਜਦੋਂ ਫਿਰ ਅਸੀਂ ਰਾਤ ਨੂੰ ਸੌਣਾ ਹੋਵੇ, ਜਦੋਂ ਵੀ ਅਸੀਂ ਪ੍ਰੈਕਟੀਕਲ ਕਰਨ ਬੈਠਦੇ ਹਾਂ, ਅਭਿਆਸ ਕਰਦੇ ਹਾਂ, ਉਦੋਂ ਫਿਰ ਇਕਾਗਰ ਹੋ ਜਾਣਾ ਹੁੰਦਾ, ਸਮਦ੍ਰਿਸ਼ਟ ਤੋਂ ਇੱਕ ਦ੍ਰਿਸ਼ਟ ਹੋ ਜਾਣਾ, ਜਿਹਨੂੰ ਮਹਾਰਾਜ ਕਹਿੰਦੇ ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ, ਘਟ ਘਟ ਜੋਤ ਸਮੋਈ ਜਿਓ, ਚਲ ਤੋਂ ਠਾਕ ਰੱਖੋ ਕਰ ਆਪਣੇ ਗੁਰ ਮਿਲੀਏ, ਇਹ ਮਤ ਹੋਈ ਜਿਓ। ਕਹਿੰਦੇ ਕਿ ਜਿਹੜਾ ਗੁਰਮੁਖ ਹੁੰਦਾ ਆ, ਉਹ ਫਿਰ ਇੱਕ ਦ੍ਰਿਸ਼ਟ ਹੋ ਜਾਂਦਾ, ਕਿ ਉਹ ਫਿਰ ਇੱਕ ਦ੍ਰਿਸ਼ਟੀ, ਇੱਕ ਤਾਂ ਹੁੰਦਾ ਕਿ ਜਦੋਂ ਅਸੀਂ ਸਿਮਰਨ ਅਭਿਆਸ ਕਰਦੇ ਹਾਂ ਕਿ ਇੱਕ ਚਿੱਤ ਹੋ ਜਾਣਾ, ਸੁੰਨ ਦੇ ਵਿੱਚ ਸਮਾ ਜਾਣਾ, ਅੰਤਰਗਤ ਚਲੇ ਜਾਣਾ। ਇੱਕ ਮਹਾਰਾਜ ਕਹਿੰਦੇ ਜਦੋਂ ਗੁਰਮੁਖ ਇੱਕ ਦ੍ਰਿਸ਼ਟ ਹੋ ਜਾਂਦੇ, ਫਿਰ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਨੂੰ ਦੇਖਦੇ। ਫਿਰ ਮਹਾਰਾਜ ਕਹਿੰਦੇ ਚੱਲਦੇ ਹੋਏ ਆਪਣੇ ਮਨ ਨੂੰ ਰੋਕ ਲੈਂਦੇ, ਚਲ ਤੋਂ ਠਾਕ ਰੱਖੋ ਕਰ ਆਪਣੇ ਗੁਰ ਮਿਲੀਏ, ਇਹ ਮਤ ਹੋਈ ਜਿਓ। ਗੁਰੂ ਨਾਲ ਮਿਲ ਕੇ ਸਾਨੂੰ ਇਹੀ ਮੱਤ ਆਉਂਦੀ ਆ, ਇਹੀ ਗੁਰੂ ਸਾਹਿਬ ਵਾਰ-ਵਾਰ ਸਾਨੂੰ ਸੋਝੀ ਦਿੰਦੇ ਕਿ ਜਿਹੜਾ ਤੁਹਾਡਾ ਮਨ ਆ ਵਿਚਾਰਾਂ 'ਚ ਫੁਰਨਿਆਂ 'ਚ ਜਾਂਦਾ, ਉਹਨੂੰ ਰੋਕਣਾ ਕਿਵੇਂ? ਚਲ ਤੋਂ ਠਾਕ ਰੱਖੋ ਘਰ ਆਪਣੇ। ਜਿਹੜਾ ਮਨ ਚੱਲਦਾ ਆ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ, ਉਹਨੂੰ ਰੋਕ ਕੇ ਆਪਣੇ ਘਰ ਵਿੱਚ ਕਿਵੇਂ ਬਿਠਾਉਣਾ। ਹੁਣ ਆਪਾਂ ਸਾਰੇ ਇਹੀ ਪ੍ਰੈਕਟੀਕਲ ਕਰ ਰਹੇ ਹਾਂ ਵਾਰ-ਵਾਰ ਕਿ ਜਿਹੜਾ ਸਾਡਾ ਮਨ ਆ, ਉਹਨੂੰ ਕਿਵੇਂ ਅਸੀਂ ਆਪਣੇ ਘਰ ਬਿਠਾਉਣਾ, ਜਿਹੜਾ ਸਾਡੇ ਮਨ ਦਾ ਨਿੱਜੀ ਘਰ ਹੈ, ਜਿਹਨੂੰ ਮਾਰੇ ਕਹਿੰਦੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਇਵੇਂ ਫਿਰ ਭਗਤ ਧੰਨਾ ਜੀ ਨੇ ਦੱਸਿਆ, ਕਹਿੰਦੇ ਕਿ ਕਿਵੇਂ ਅਸੀਂ ਪਰਮਾਤਮਾ ਨੂੰ ਮਿਲੇ। ਉਹਨਾਂ ਕਿਹਾ, ਕਹਿੰਦੇ ਗਿਆਨ ਪ੍ਰਵੇਸ਼ ਗੁਰੇ ਧਨ ਦੀਆ, ਧਿਆਨ ਮਾਨ ਮਨ ਏਕ ਮੈਂ। ਕਹਿੰਦੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਗਏ, ਗੁਰੂ ਨੇ ਸਾਨੂੰ ਗਿਆਨ ਦਿੱਤਾ। ਗਿਆਨ ਦਿੱਤਾ ਕਹਿੰਦੇ ਕਿਵੇਂ ਫਿਰ ਧਿਆਨ ਦੇ ਵਿੱਚ ਜਾਣਾ, ਕਿਵੇਂ ਸੁਰਤੀ ਨੂੰ ਇਕਾਗਰ ਕੀਤਾ। ਗਿਆਨ ਪ੍ਰਵੇਸ਼ ਗੁਰੇ ਧਨ ਦੀਆ, ਧਿਆਨ ਮਾਨ ਮਨ ਏਕ ਮੈਂ, ਕਿ ਇੱਕ 'ਚ ਕਿਵੇਂ ਫਿਰ ਮਨ ਨੂੰ ਲੈ ਕੇ ਜਾਣਾ। ਫਿਰ ਆਂਦੇ ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਪਏ। ਕਹਿੰਦੇ ਫਿਰ ਉਹ ਪ੍ਰੇਮਾ ਭਗਤੀ, ਜਦੋਂ ਮਨ ਸਾਡਾ ਉਹ ਇੱਕ ਨੂੰ ਦੇਖਣਾ ਸ਼ੁਰੂ ਕੀਤਾ, ਫਿਰ ਉਹਦੀ ਭਗਤੀ ਦੇ ਵਿੱਚ ਲੱਗ ਗਿਆ, ਫਿਰ ਕਹਿੰਦੇ ਤ੍ਰਿਪਤ ਹੋ ਗਿਆ, ਮੁਕਤ ਹੋ ਗਿਆ। ਫਿਰ ਕਹਿੰਦੇ ਸਾਡੀ ਫਿਰ ਜੋਤ ਸਮਾਈ। ਕਿੱਥੇ ਜਾ ਕੇ ਸਮਾਈ? ਕਹਿੰਦੇ ਜੋਤ ਸਮਾਏ ਸਮਾਨੀ ਜਾ ਕੇ ਅਸਲੀ ਪ੍ਰਭ ਪਹਿਚਾਨਿਆ, ਧੰਨੇ ਧਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਕਹਿੰਦੇ ਕਿ ਫਿਰ ਸਾਡੀ ਜਿਹੜੀ ਜੋਤ ਆ ਅਸਮਾਨ ਵਿੱਚ ਜਾ ਕੇ ਸਮਾ ਗਈ, ਜਿਹਨੂੰ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਆ, ਕਹੋ ਕਬੀਰ ਖੋਜੋ ਅਸਮਾਨ। 10ਵੇਂ ਦੁਆਰ ਨੂੰ ਅਸਮਾਨ ਵੀ ਕਿਹਾ ਆ ਗੁਰਬਾਣੀ ਦੇ ਵਿੱਚ, ਗਗਨ ਵੀ, ਪਰਮਾਤਮਾ ਨੂੰ ਗਗਨ ਵੀ ਕਿਹਾ ਆ। ਅਤੇ ਜਦੋਂ ਕਹਿੰਦੇ ਫਿਰ ਜੋਤ ਉੱਥੇ ਜਾ ਕੇ ਸਮਾ ਗਈ ਪਰਮਾਤਮਾ ਦੇ ਵਿੱਚ, ਅਸਮਾਨ ਦੇ ਵਿੱਚ ਜਦੋਂ ਜੋਤ ਸਮਾਈ, ਅਤੇ ਫਿਰ ਕਹਿੰਦੇ ਅਸਲੀ ਅਸੀਂ ਪਰਮਾਤਮਾ ਨੂੰ ਪਹਿਚਾਨ ਲਿਆ, ਅਸਲੀ ਪ੍ਰਭ ਪਹਿਚਾਨਿਆ। ਫਿਰ ਆਂਦੇ ਅਸੀਂ ਪਾਇਆ ਆ। ਜਦੋਂ ਗੁਰਬਾਣੀ ਅਸੀਂ ਪੜ੍ਹਦੇ ਹਾਂ, ਉਹਨਾਂ ਨੇ ਸਾਨੂੰ ਸਪਸ਼ਟ ਦੱਸਿਆ ਆ ਕਿ ਅਸੀਂ ਪਰਮਾਤਮਾ ਨੂੰ ਪਾ ਲਿਆ,
ਸਾਡੀ ਜੋਤ ਦੇ ਵਿੱਚ ਜੋਤ ਮਿਲ ਗਈ। ਹੁਣ ਕਈ ਵਾਰੀ ਕਈ ਭਰਮ ਪਾਉਂਦੇ ਆ ਕਿ ਕਈ ਸਾਲ ਲੱਗ ਜਾਂਦੇ ਆ ਜਾਂ ਇੱਦਾਂ ਤਾਂ ਪ੍ਰਮਾਤਮਾ ਨੂੰ ਤਾਂ ਦੇਖਿਆ ਹੀ ਨਹੀਂ ਜਾ ਸਕਦਾ। ਪਰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ 'ਚ ਸਾਨੂੰ ਸਪਸ਼ਟ ਭਗਤਾਂ ਨੇ, ਗੁਰੂ ਸਾਹਿਬਾਨ ਨੇ ਦੱਸਿਆ, ਕਹਿੰਦੇ ਕਿ ਅਸੀਂ ਪ੍ਰਮਾਤਮਾ ਨੂੰ ਪਾਇਆ, ਸਾਡੀ ਜੋਤ ਕਿੱਥੇ ਜਾ ਕੇ ਸਮਾਈ, ਕੀ ਅਸੀਂ ਅੰਦਰੋਂ ਸੁਣਿਆ, ਕਿਵੇਂ ਨਾਦ ਵਿੱਚ ਸਮਾਏ। ਉਹ ਫਿਰ ਸਾਰਾ ਇਹ ਪ੍ਰੈਕਟੀਕਲ ਆ ਜੋ ਭਗਤਾਂ ਨੇ, ਗੁਰੂ ਸਾਹਿਬਾਨ ਨੇ ਆਪਾਂ ਨੂੰ ਦੱਸਿਆ। ਬਾਕੀ ਜਦੋਂ ਹੁਣ ਆਪਾਂ ਪ੍ਰੈਕਟੀਕਲ ਅਭਿਆਸ ਆਪ ਕਰਦੇ ਹਾਂ, ਸਿਮਰਨ ਕਰਦੇ ਹਾਂ, ਜਦੋਂ ਸਾਡੇ ਮਨ ਦੇ ਵਿਚਾਰ ਰੁਕਦੇ, ਸਾਨੂੰ ਸੁੱਖ ਪ੍ਰਾਪਤ ਹੁੰਦਾ, ਆਨੰਦ ਆਉਂਦਾ। ਜਦੋਂ ਅਸੀਂ ਅੰਦਰੋਂ ਨਾਮ ਨੂੰ ਸੁਣਦੇ ਹਾਂ, ਇੱਥੇ ਕੀ ਹੁੰਦਾ, ਜ਼ਿਆਦਾਤਰ ਸਾਰੇ ਦਰ 'ਤੇ ਬੈਠ ਕੇ ਅਨਹਦ ਸ਼ਬਦ ਸੁਣ ਕੇ ਅਸੀਂ ਵਾਪਸ ਆ ਜਾਂਦੇ, ਪਰ ਅੱਗੇ ਅਸੀਂ ਭਗਤੀ ਕਰਨੀ ਹੁੰਦੀ ਹੈ ਜਿੱਥੇ ਸਾਨੂੰ ਅਨਹਦ ਸ਼ਬਦ ਸੁਣਦੇ ਹਾਂ। ਜਦੋਂ ਅਸੀਂ ਹੁਣ ਬੈਠੇ ਹਾਂ, ਆਵਾਜ਼ ਨੂੰ ਸੁਣਦੇ ਕੋਸ਼ਿਸ਼ ਕਰਨੀ ਹੁੰਦੀ ਕਿ ਅੱਗੋਂ ਖੋਜ ਕਰਨ ਦੀ, ਉਸ ਆਵਾਜ਼ ਦਾ ਪਿੱਛਾ ਕਰਨ ਦੀ ਕਿ ਕਿੱਥੇ ਇਹ ਆਵਾਜ਼ ਜਾ ਕੇ ਸਮਾਉਂਦੀ ਹੈ। ਜੇ ਅਸੀਂ ਬਸ ਉੱਥੇ ਬੈਠੇ ਸੁਣ ਕੇ ਫਿਰ ਵਾਪਸ ਆ ਗਏ, ਹਾਂਜੀ ਸਾਨੂੰ ਅਨਹਦ ਸ਼ਬਦ ਸੁਣਦੇ ਆ, ਪਰ ਅੱਗੇ ਖੋਜ ਨਹੀਂ ਕਰਦੇ, ਫਿਰ ਸਾਨੂੰ ਅੱਗੇ ਦੀ ਸੋਝੀ ਨਹੀਂ ਆਉਂਦੀ। ਤਾਂ ਹੀ ਭਗਤਾਂ ਨੇ, ਗੁਰੂ ਸਾਹਿਬਾਨ ਨੇ ਕਿਹਾ ਹੈ ਕਿ ਜਦੋਂ ਆਪਾਂ ਸਿਮਰਨ ਅਭਿਆਸ ਕਰਨਾ ਆ, ਅਸੀਂ ਖੋਜ ਕਰਨੀ ਹੈ। ਜੋ ਆਪਾਂ ਨੂੰ ਕਿਹਾ, ਕਹੋ ਕਬੀਰ ਖੋਜੋ ਅਸਮਾਨ, ਕਿ ਕਿਵੇਂ ਅਸਮਾਨ ਨੂੰ ਖੋਜਣਾ। ਜਦੋਂ ਫਿਰ ਅਸੀਂ ਹੁਣ ਅਨਹਦ ਸ਼ਬਦ ਸੁਣਦੇ ਹਾਂ, ਕੋਸ਼ਿਸ਼ ਕਰਨੀ ਦੀ ਉੱਥੇ ਬੈਠਣਾ, ਬੈਠ ਕੇ ਅੱਗੇ ਖੋਜ ਕਰਨੀ, ਸੁਰਤੀ ਨੂੰ ਉੱਪਰ ਉਠਾਉਣਾ, ਜਿਹਨੂੰ ਮਹਾਰਾਜ ਕਹਿੰਦੇ ਕਿ ਉੱਥੇ ਜਾ ਕੇ ਫਿਰ ਜਾਗਣਾ ਆ। ਅਤੇ ਜਦੋਂ ਅਸੀਂ ਉੱਥੇ ਜਾਗਣਾ ਸ਼ੁਰੂ ਕਰ ਦਿੰਦੇ ਹਾਂ, ਸਾਡੀ ਸੁਰਤੀ ਉੱਪਰ ਉਠਾਉਣਾ, ਹੁਣ ਅਨਹਦ ਸ਼ਬਦ ਸੁਣਦੇ ਹੋਰ ਡੂੰਘਾਈ ਦੇ ਵਿੱਚ ਲੈ ਗਏ, ਫਿਰ ਸਾਨੂੰ ਹੋਰ ਸ਼ਬਦ ਸੁਣਨੇ ਸ਼ੁਰੂ ਹੋ ਜਾਂਦੇ, ਸਾਹਿਤ ਹੁਣ ਪ੍ਰਗਟ ਹੋ ਜਾਂਦੀ। ਜਦੋਂ ਹੋਰ ਅਸੀਂ ਪਿੱਛਾ ਕਰੀ ਜਾਂਦੇ ਆਵਾਜ਼ ਦਾ, ਆਵਾਜ਼ ਭਾਰੀ ਹੋਈ ਜਾਂਦੀ। ਇਸ ਤਰੀਕੇ ਨਾਲ ਅੰਦਰ ਅਸੀਂ ਖੋਜ ਕਰੀ ਜਾਣੀ, ਅਤੇ ਜਦੋਂ ਅਸੀਂ ਖੋਜਣ ਲੱਗ ਪਏ, ਫਿਰ ਸਾਨੂੰ ਪਤਾ ਲੱਗ ਜਾਣਾ ਕਿ ਉਹ ਆਵਾਜ਼ ਕਿੱਥੋਂ ਆ ਰਹੀ। ਜਿਵੇਂ ਹੁਣ ਆਪਾਂ ਸੰਸਾਰ ਵਿੱਚ ਉਦਾਹਰਨ ਲੈਂਦੇ ਹਾਂ, ਅਸੀਂ ਗੁਰਦੁਆਰੇ ਜਾਂਦੇ ਹਾਂ, ਗੁਰਦੁਆਰੇ ਕੀਰਤਨ ਕਰ ਰਹੇ ਗੁਰਮੁਖ, ਅਸੀਂ ਬਾਹਰ ਬੈਠੇ ਹੁੰਦੇ, ਅਜੇ ਬਾਹਰ ਹਾਂ ਗੁਰੂ ਘਰ ਤੋਂ, ਸਾਨੂੰ ਆਵਾਜ਼ ਆ ਰਹੀ ਹੈ, ਸੁਣਾਈ ਦੇ ਰਹੀ ਆ ਉਹ ਕੀਰਤਨ ਦੀ, ਲੇਕਿਨ ਅਸੀਂ ਅੰਦਰ ਪ੍ਰਵੇਸ਼ ਨਹੀਂ ਹੋਏ, ਸਾਨੂੰ ਪਤਾ ਹੀ ਨਹੀਂ ਕਿ ਕੌਣ ਕੀਰਤਨ ਕਰ ਰਿਹਾ, ਆਵਾਜ਼ ਸੁਣ ਰਹੇ ਹਾਂ। ਜਦੋਂ ਫਿਰ ਅਸੀਂ ਅੰਦਰ ਪ੍ਰਵੇਸ਼ ਹੁੰਦੇ ਹਾਂ ਗੁਰੂ ਘਰ, ਅਤੇ ਉਹਨਾਂ ਗੁਰਮੁਖਾਂ ਦੇ ਸਾਹਮਣੇ ਚਲੇ ਜਾਂਦੇ ਹਾਂ ਜਿਹੜੇ ਕੀਰਤਨ ਕਰ ਰਹੇ, ਅਤੇ ਸਾਨੂੰ ਪਤਾ ਲੱਗ ਜਾਂਦਾ ਆਹ ਗੁਰਮੁਖ ਕੀਰਤਨ ਕਰ ਰਹੇ। ਇਵੇਂ ਜਦੋਂ ਸਾਡੇ ਅੰਦਰ ਉਹ ਆਵਾਜ਼ ਆਉਂਦੀ ਆ, ਪਰਮਾਤਮਾ ਦੀ ਆਵਾਜ਼ ਨੂੰ ਅਸੀਂ ਸੁਣਦੇ ਹਾਂ, ਉਸ ਨਾਮ ਨੂੰ ਸੁਣਦੇ ਹਾਂ, ਅਨਹਦ ਸ਼ਬਦ ਨੂੰ ਸੁਣਦੇ ਹਾਂ, ਜਦੋਂ ਅਸੀਂ ਸੁਰਤੀ ਨੂੰ ਉੱਪਰ ਉਠਾਉਣਾ ਸ਼ੁਰੂ ਕਰ ਦਿੰਦੇ ਹਾਂ, ਉਸ ਆਵਾਜ਼ ਦਾ ਪਿੱਛਾ ਸ਼ੁਰੂ ਕਰ ਦਿੰਦੇ ਕਰਨਾ, ਕਰਦਿਆਂ ਫਿਰ ਸਾਨੂੰ ਵੀ ਉਸ ਮੁੱਖ ਦਾ ਪਤਾ ਲੱਗ ਜਾਂਦਾ ਜਿੱਥੋਂ ਉਹ ਆਵਾਜ਼ ਆ ਰਹੀ, ਜਿਹਨੂੰ ਮਹਾਰਾਜ ਕਹਿੰਦੇ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਕਿ ਸਹਿਜ ਧੁਨ ਉਹ ਪਰਮਾਤਮਾ ਤੋਂ ਪ੍ਰਗਟ ਹੋਈ ਆਵਾਜ਼ ਆ। ਫਿਰ ਜਦੋਂ ਅਸੀਂ ਉਹ ਆਵਾਜ਼ ਦਾ ਪਿੱਛਾ ਕਰਦੇ ਹਾਂ, ਫਿਰ ਅਸੀਂ ਵੀ ਉਸ ਪਰਮਾਤਮਾ ਦੀ ਪਹਿਚਾਣ ਕਰ ਲੈਂਦੇ ਹਾਂ। ਇਸ ਤਰੀਕੇ ਨਾਲ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਇਆ ਕਿ ਵਾਰ ਕੋਸ਼ਿਸ਼ ਕਰੀ ਜਾਣੀ ਹੈ ਅਸੀਂ ਕਿ ਕਿਵੇਂ ਅਭਿਆਸ ਕਰ ਕੇ ਉਸ ਅਵਸਥਾ ਦੀ ਪ੍ਰਾਪਤੀ ਕਰੀਏ ਜੋ ਗੁਰੂ ਸਾਹਿਬ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਆ। ਉਹਨਾਂ ਨੇ ਆਪਾਂ ਨੂੰ ਸਾਰਾ ਭੇਦ ਦਿੱਤਾ ਕਿ ਅਸੀਂ ਇਸ ਤਰੀਕੇ ਨਾਲ ਪ੍ਰਾਪਤੀ ਕੀਤੀ। ਇਵੇਂ ਹੁਣ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਇਆ, ਗੁਰਬਾਣੀ 'ਚ ਸੋਝੀ ਦਿੱਤੀ ਕਿ ਜਿਹੜਾ ਮਨ ਧਾਤ ਦੇ ਰਸਤੇ 'ਤੇ ਤੁਰਿਆ ਹੋਇਆ ਆ, ਰਜੋਗੁਣ ਤੋਂ ਤਮੋਗੁਣ, ਕਾਮ, ਕ੍ਰੋਧ, ਲੋਭ, ਹੰਕਾਰ, ਉਹਨੂੰ ਮਨਮੁਖ ਕਿਹਾ ਗੁਰਬਾਣੀ 'ਚ। ਜਿਹੜਾ ਪੰਜਾਂ ਦਾ ਸਾਥ ਲੈ ਕੇ ਜੋ ਕਾਮ, ਕ੍ਰੋਧ, ਲੋਭ, ਹੰਕਾਰ ਦੇ ਵੱਸ ਹੋ ਕੇ ਮਨ ਸੌਂ ਜਾਂਦਾ ਆ, ਜੋ ਫਿਰ ਇਹ ਪੰਜ ਦੂਤ ਕਰਦੇ ਉਹੀ ਹੋ ਰਿਹਾ ਸੰਸਾਰ ਦੇ ਵਿੱਚ। ਉਹਨੂੰ ਕਹਿੰਦੇ ਇਹ ਮਨਮੁਖ ਮਨ ਬਣ ਗਿਆ, ਇਹ ਕ੍ਰੋਧੀ ਹੋ ਗਿਆ, ਇਹ ਲੋਭੀ ਹੋ ਗਿਆ, ਇਹ ਮੋਹ 'ਚ ਫਸ ਗਿਆ, ਇਹ ਹੰਕਾਰ 'ਚ ਆ ਗਿਆ, ਅਤੇ ਉਹ ਇੱਕ ਦੀਵਾਰ ਬਣ ਜਾਂਦੀ ਹੈ ਸਾਡੇ ਅਤੇ ਪਰਮਾਤਮਾ ਦੇ ਵਿੱਚ, ਜੋ ਸਾਨੂੰ ਪਰਮਾਤਮਾ ਤੋਂ ਵਿਛੋੜ ਕੇ ਰੱਖਦੀ ਆ, ਜਿਹਨੂੰ ਮਹਾਰਾਜ ਕਹਿੰਦੇ ਪੰਜ ਦੂਤ ਮਿਲ ਪਿਰਹੋਂ ਵਿਛੋੜੀ। ਹੁਣ ਜਿਹੜਾ ਮਨ ਵਿਛੜਿਆ ਰਹਿੰਦਾ ਪਰਮਾਤਮਾ ਤੋਂ, ਆਪਣੇ ਘਰ ਨੂੰ ਨਹੀਂ ਜਾਂਦਾ, ਸੰਗਤ ਨਹੀਂ ਕਰਦਾ, ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦਾ, ਆਪਦੀ ਪਹਿਚਾਣ ਨਹੀਂ ਕਰਦਾ, ਉਹਨੂੰ ਕਹਿ ਦਿੰਦੇ ਬਹੁਤ ਮਨਮੁਖ ਆ। ਅਤੇ ਮਨਮੁਖ ਦਾ ਕੀ ਆਚਾਰ ਹੁੰਦਾ? ਲੜਾਈ ਝਗੜਾ, ਕਿਉਂਕਿ ਜਿਹੋ ਜਿਹੇ ਪੰਜਾਂ ਦੂਤਾਂ ਨੇ ਵਿਚਾਰ ਲੈ ਕੇ ਆਉਣੇ, ਫਿਰ ਉਹਨਾਂ ਨੇ ਝਗੜਾ ਕਰਾਉਣਾ। ਅਤੇ ਮਹਾਰਾਜ ਕਹਿੰਦੇ ਕਲਯੁਗ ਮੈਂ ਧੜੇ ਪੰਜ ਚੋਰ ਝਗੜਾਏ, ਕਾਮ, ਕ੍ਰੋਧ, ਲੋਭ, ਮੋਹ, ਅਭਿਮਾਨ ਵਧਾਏ। ਹੁਣ ਐਸੇ ਮਨ ਨੂੰ ਗੁਰਬਾਣੀ 'ਚ ਮਨਮੁਖ ਕਿਹਾ।
ਹੁਣ ਜਿਹੜਾ ਮਨ ਗੁਰੂ ਦੀ ਸ਼ਰਨ ਵਿੱਚ ਆ ਕੇ ਇਸ ਖੇਲ ਨੂੰ ਸਮਝ ਲੈਂਦਾ, ਲਿਵ ਦੇ ਰਸਤੇ 'ਤੇ ਚੱਲਦਾ, ਜਿਹਨੂੰ ਧਰਮ ਦੀ ਪੌੜੀ ਕਿਹਾ ਆ। ਮਹਾਰਾਜ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਹੁਣ ਜਿਹੜਾ ਮਨ ਲਿਵ ਦੇ ਰਸਤੇ 'ਤੇ ਚੱਲਦਾ ਉਹਨੂੰ ਗੁਰਮੁਖ ਕਿਹਾ, ਜਿਹੜਾ ਭਗਤੀ ਕਰਦਾ ਨਾਲ ਸਿਮਰਨ ਵੀ ਕਰਦਾ, ਲਿਵ ਦਾ ਰਸਤਾ ਅਖਤਿਆਰ ਕਰਦੇ ਹੋਏ, ਕਿਉਂਕਿ ਇਸ ਜਿਹੜੇ ਤ੍ਰੈ ਗੁਣਾਂ ਵਿੱਚੋਂ ਨਿਕਲਣ ਦਾ ਜਿਹੜਾ ਰਸਤਾ ਆ, ਜਿਹੜਾ ਚੌਥੇ ਪਦ ਨੂੰ ਰਸਤਾ ਜਾਂਦਾ ਆ, ਉਹ ਲਿਵ ਦਾ ਆ। ਲਿਵ ਦੇ ਰਸਤੇ ਰਾਹੀਂ ਨਿਕਲਣਾ, ਲੇਕਿਨ ਇਹ ਧਰਮ ਦਾ ਰਸਤਾ ਫਿਰ ਇਸ ਜਦੋਂ ਅਸੀਂ ਹੁਣ ਅਭਿਆਸ ਕਰਨਾ, ਫਿਰ ਤ੍ਰੈ ਗੁਣਾਂ ਤੋਂ ਇਹਦੇ ਤੋਂ ਵੀ ਉੱਪਰ ਉੱਠ ਜਾਣਾ। ਪਰ ਜਿੰਨਾ ਚਿਰ ਅਸੀਂ ਸੰਸਾਰ 'ਚ ਵਿਚਰਨਾ, ਫਿਰ ਅਸੀਂ ਇਸ ਰਸਤੇ ਦਾ ਇਸਤੇਮਾਲ ਕਰਨਾ, ਜਿਹਦੇ 'ਚ ਦਇਆ, ਨਿਮਰਤਾ, ਸਹਿਣਸ਼ੀਲਤਾ, ਜਤ, ਸਤ, ਸੰਤੋਖ ਆ। ਹੁਣ ਜਿਹੜਾ ਗੁਰਮੁਖੀ ਰਸਤਾ ਅਖਤਿਆਰ ਕਰਦਾ ਹੋਇਆ ਨਾਲ ਭਗਤੀ ਕਰਦਾ ਆ, ਪਰਮਾਤਮਾ ਦੇ ਨਾਮ ਜਪਦਾ ਆ, ਉਹਨੂੰ ਕਿਹਾ ਆ ਗੁਰਮੁਖ। ਅਤੇ ਮਹਾਰਾਜ ਨੇ ਫਿਰ ਦੱਸਿਆ ਇੱਦਾਂ ਮਨਮੁਖ ਅਤੇ ਗੁਰਮੁਖਾਂ ਦੀ ਵਿਚਾਰ ਹੁੰਦੀ। ਫਿਰ ਗੁਰਮੁਖ ਕਿਵੇਂ ਪਰਮਾਤਮਾ ਨੂੰ ਮਿਲੇ, ਕਿੱਥੇ ਉਹ ਆਵਾਜ਼ ਦਿੰਦੇ ਆ, ਉਹ ਫਿਰ ਮਨਮੁਖ ਨੂੰ ਸਮਝਾਉਂਦੇ ਆ। ਹੁਣ ਇੱਕ ਮਨਮੁਖ ਗੁਰਮੁਖ ਨੂੰ ਮਿਲਦਾ ਹੈ, ਕਹਿੰਦਾ ਕਿ ਸਾਡੇ ਘਰ ਵਿੱਚ ਬੜਾ ਕਲੇਸ਼ ਆ, ਬਹੁਤ ਮੈਂ ਦੁਖੀ ਹਾਂ। ਕਿਉਂਕਿ ਹੁਣ ਪੰਜਾਂ ਨੇ ਤਾਂ ਕਲੇਸ਼ ਪਾ ਕੇ ਰੱਖਣਾ, ਦੁਖੀ ਰੱਖਣਾ। ਕਾਲ ਦਾ ਖੇਡ ਹੀ ਹੈ, ਕੌਤਕ ਕਾਲੇ ਹੁਕਮ ਪਠਾਇਆ। ਕਾਲ ਨੇ ਕੋਈ ਨਾ ਕੋਈ ਕੌਤਕ ਕਰਕੇ ਖਿਡਾਈ ਜਾਣਾ ਮਨ ਨੂੰ। ਹੁਣ ਜਿਹੜਾ ਇਹ ਮਨ ਇਸ ਖੇਲ ਦੇ ਵਿੱਚ ਰੁੱਝਾ ਆ, ਉਹ ਦੁਖੀ ਹੁੰਦਾ। ਫਿਰ ਉਹ ਗੁਰਮੁਖ ਨੂੰ ਮਿਲਦੇ, ਕਹਿੰਦੇ ਅਸੀਂ ਬਹੁਤ ਦੁਖੀ ਹਾਂ, ਘਰ ਵਿੱਚ ਬੜਾ ਕਲੇਸ਼ ਆ, ਪਰਿਵਾਰ ਵਿੱਚ ਬੜਾ ਕਲੇਸ਼ ਆ, ਆਰਥਿਕ ਤੌਰ 'ਤੇ ਬਹੁਤ ਦੁਖੀ ਹਾਂ। ਫਿਰ ਗੁਰਮੁਖਾਂ ਨੂੰ ਸਮਝਾਉਂਦੇ ਆ, ਕਹਿੰਦੇ ਜੇ ਸੁੱਖ ਲੈਣਾ ਨਾ ਸਤਿਗੁਰ ਦੀ ਸ਼ਰਨ ਵਿੱਚ ਚਲੇ ਜਾਓ, ਸਤਿਗੁਰ ਤੁਹਾਨੂੰ ਸੋਝੀ ਦੇਣਗੇ। ਸਤਿਗੁਰ ਤੋਂ ਜੋ ਵੀ ਮੰਗਦੇ ਆ ਸੁੱਖ ਪ੍ਰਾਪਤ ਹੁੰਦਾ ਆ। ਅਤੇ ਫਿਰ ਜਿਹੜਾ ਹੁਣ ਮਨਮੁਖ ਆ, ਉਹ ਜਾਂਦਾ, ਉਹਨੇ ਸੁਣ ਲਿਆ ਕਿ ਹਾਂ ਗੁਰੂ ਘਰ ਚੱਲੀਏ, ਉੱਥੇ ਜਾ ਕੇ ਮੰਗ ਲੈਂਦੇ ਹਾਂ ਜੋ ਵੀ ਮੰਗਣਾ, ਘਰ ਵਾਸਤੇ ਸ਼ਾਂਤੀ ਆ ਜੇ। ਫਿਰ ਗੁਰਬਾਣੀ 'ਚ ਸਮਝਾਇਆ ਆ, ਕਹਿੰਦੇ ਕਿ ਹੁਣ ਸਤਿਗੁਰ ਦੀ ਸ਼ਰਨ ਜਿਹੜਾ ਕਦੇ ਗਿਆ ਹੀ ਨਹੀਂ ਸੰਗਤ ਵਿੱਚ, ਬੈਠਣਾ ਹੀ ਨਹੀਂ ਆਉਂਦਾ, ਖੜ੍ਹਨਾ ਹੀ ਨਹੀਂ ਆਉਂਦਾ, ਕਿਵੇਂ ਸੁਣਨਾ ਆ, ਕੀ ਮਨ ਨੇ ਇੱਥੇ ਸਮਝਣ ਆਉਣਾ ਆ, ਉਹ ਸੋਝੀ ਨਹੀਂ। ਕਹਿੰਦੇ ਫਿਰ ਸਤਿਗੁਰ ਦੀ ਸ਼ਰਨ ਵਿੱਚ ਜਾ ਕੇ ਖੜ੍ਹਾ ਹੋ ਜਾਂਦਾ ਮਨ, ਅੱਖਾਂ ਬੰਦ ਕਰਕੇ ਫਿਰ ਦੁਨਿਆਵੀ ਮੰਗਾਂ ਸ਼ੁਰੂ ਕਰ ਦਿੰਦੇ ਆ, ਜਿਹਨੂੰ ਮਹਾਰਾਜ ਕਹਿੰਦੇ ਗੁਰਬਾਣੀ 'ਚ ਠੱਗ, ਦ੍ਰਿਸ਼ਟ, ਬੱਗਾ, ਲਿਵ ਲਾਗਾ। ਜਦੋਂ ਫਿਰ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਅਤੇ ਗੁਰੂ ਸਾਹਿਬ ਕਹਿੰਦੇ ਕਿ ਠੱਗ ਦ੍ਰਿਸ਼ਟੀ ਕੀ, ਅੱਖਾਂ ਬੰਦ ਕਰ ਲਈਆਂ, ਧਿਆਨ ਲੈ ਗਏ ਕਾਲ ਦੇ ਦੇਸ਼ ਵਿੱਚ, ਤ੍ਰੈ ਗੁਣਾਂ ਦੇ ਵਿੱਚ। ਜਿਵੇਂ ਛੱਪੜ ਦੇ ਵਿੱਚ ਬਗਲੇ ਹੁੰਦੇ ਆ, ਕੀ ਕਰਦੇ ਆ ਕਿ ਇੱਕ ਲੱਤ 'ਤੇ ਖੜ੍ਹ ਜਾਂਦੇ ਆ, ਜਦੋਂ ਡੱਡੀ ਮੱਛੀ ਆਉਂਦੀ ਫਟਾਫਟ ਉਹਨੂੰ ਇੱਦਾਂ ਝਪਟ ਲੈਂਦੇ ਆ, ਉਹਨੂੰ ਖਾਣ ਲੈਂਦੇ ਆ। ਇੱਦਾਂ ਹੀ ਜਿਹੜਾ ਮਨ ਆ, ਸਰੀਰ ਕਰਕੇ ਅਸੀਂ ਉੱਥੇ ਜਾਂਦੇ ਹਾਂ, ਜਿਹੜਾ ਮਨ ਹੈ ਉਹ ਕਾਲ ਦੇ ਦੇਸ਼ ਵਿੱਚ ਲੈ ਜਾਂਦੇ, ਫਿਰ ਤ੍ਰੈ ਗੁਣਾਂ ਦੀਆਂ ਮੰਗਾਂ ਸ਼ੁਰੂ ਕਰ ਦਿੰਦੇ ਹਾਂ। ਅਤੇ ਇਸ ਅਵਸਥਾ 'ਚ ਮਹਾਰਾਜ ਕਹਿੰਦੇ ਠੱਗ, ਦ੍ਰਿਸ਼ਟ, ਬੱਗਾ, ਲਿਵ ਲਾਗਾ। ਆਇਆ ਤਾਂ ਸੋਝੀ ਲੈਣ ਸੀ ਗੁਰੂ ਸਾਹਿਬ ਤੋਂ, ਲੇਕਿਨ ਉਸ ਦਾ ਭੇਦ ਨਹੀਂ, ਮੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਵਾਪਸ ਚਲਾ ਗਿਆ, ਅਗਲੇ ਦਿਨ ਫਿਰ ਆਇਆ, ਸਨਮੁਖ ਹੋਇਆ ਸਤਿਗੁਰ ਦੇ, ਫਿਰ ਉਹੀ ਅੱਖਾਂ ਬੰਦ ਕਰਕੇ ਸੁਰਤੀ ਫਿਰ ਕਾਲ ਦੇ ਦੇਸ਼ ਵਿੱਚ, ਸਾਨੂੰ ਆਹ ਦੇ ਦਿਓ ਜੀ, ਇੱਦਾਂ ਹੋ ਜੇ ਜੀ। ਅਤੇ ਮਹਾਰਾਜ ਗੁਰਬਾਣੀ 'ਚ ਦੱਸਦੇ, ਕਹਿੰਦੇ ਠਾਕੁਰ ਛੋੜ ਦਾਸੀ ਕੋ ਸਿਮਰੈ, ਮਨਮੁਖ ਅੰਧ ਅਗਿਆਨਾ, ਹਰ ਕੀ ਭਗਤ ਕਰੇ ਤੇ ਨਿੰਦੇ ਨ ਗੁਰੇ ਪਸ਼ੂ ਸਮਾਨਾ। ਫਿਰ ਮਹਾਰਾਜ ਕਹਿੰਦੇ ਹੁਣ ਠਾਕੁਰ ਕਿਹਾ ਪਰਮਾਤਮਾ ਨੂੰ, ਉਹਨੂੰ ਛੱਡ ਕੇ ਅਤੇ ਧਿਆਨ ਕਿੱਥੇ ਲੈ ਗਏ, ਦਾਸੀ ਮਾਇਆ ਨੂੰ ਕਿਹਾ। ਮਾਇਆ ਦੇ ਦੇਸ਼ ਵਿੱਚ ਜੋ ਵੀ ਅਸੀਂ ਸੰਸਾਰ ਵਿੱਚ ਵਿਚਰਦੇ ਤ੍ਰੈ ਗੁਣਾਂ ਦੇ ਵਿੱਚ, ਕਹਿੰਦੇ ਹਰੀ ਦੀ ਭਗਤੀ ਨਹੀਂ ਮੰਗਦਾ ਕੋਈ ਜਾ ਕੇ ਉੱਥੇ, ਕਿ ਜਿਸ ਮਕਸਦ ਵਾਸਤੇ ਅਸੀਂ ਸੰਸਾਰ ਵਿੱਚ ਆਏ, ਮਕਸਦ ਪੂਰਾ ਕਰ ਲਈਏ, ਸਾਨੂੰ ਨਾਮ ਬਖਸ਼ੋ, ਨਾਮ ਦੇ ਵਿੱਚ ਸਮਾ ਜਾਈਏ। ਕਹਿੰਦੇ ਹੁਣ ਅਗਿਆਨਤਾ ਦੇ ਵਿੱਚ ਜਾ ਕੇ ਹਰੀ ਦੇ ਭਗਤਾਂ ਦੀ ਉੱਦਾਂ ਨਿੰਦਿਆ ਕਰਦੇ ਆ, ਅਤੇ ਜਾ ਕੇ ਸਤਿਗੁਰ ਦੇ ਅੱਗੇ ਫਿਰ ਅੱਖਾਂ ਬੰਦ ਕਰਕੇ ਦਾਸੀ ਤੋਂ ਮੰਗਣਾ ਸ਼ੁਰੂ ਕਰ ਦਿੰਦੇ ਆ। ਫਿਰ ਮਹਾਰਾਜ ਨੇ ਗੁਰਬਾਣੀ ਵਿੱਚ ਆਪਾਂ ਨੂੰ ਦੱਸਿਆ, ਇਸੇ ਤਰੀਕੇ ਨਾਲ ਫਿਰ ਗਿਆ, ਫਿਰ ਉਹੀ ਅਵਸਥਾ। ਫਿਰ ਮਹਾਰਾਜ ਹੋਰ ਝਿੜਕਦੇ ਆ ਥੋੜ੍ਹਾ ਜਿਹਾ, ਕਹਿੰਦੇ ਮੂਰ ਕੰਦੇ ਤ੍ਰੈ ਗੁਣ ਸੇਵੇ, ਮਾਇਆ ਕੇ ਗੁਹਾਰੀ, ਅੰਦਰ ਕਪਟ ਉਧਰ ਭਰਨੇ ਕੇ ਤਾਂ ਹੀ ਪਾਠ ਪੜ੍ਹੇ ਗੁਆਰੀ। ਹੁਣ ਕਈ ਵਾਰੀ ਹੁੰਦਾ ਹੈ ਕਿ ਸਾਡੀ ਇੱਛਾ ਹੁੰਦੀ ਹੈ ਕਿ ਅਸੀਂ ਇੰਨੇ ਪਾਠ ਕਰ ਲਈਏ, ਸਾਡਾ ਆਹ ਕੰਮ ਸਿੱਧ ਹੋ ਜੇ, ਲੇਕਿਨ ਜਿਹੜਾ ਅਸਲੀ ਮਕਸਦ ਆ
ਕਿ ਕਿਵੇਂ ਮਨ ਨੂੰ ਸੁੱਖ ਮਿਲਣਾ, ਜਿਹਨੂੰ ਮਹਾਰਾਜ ਕਹਿੰਦੇ ਆ ਉਹ ਹੈ ਅਚਿੰਤ, ਬਸੇ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ, ਕਿ ਮਨ ਨੂੰ ਸੁੱਖ ਪ੍ਰਾਪਤ ਹੋਣਾ ਆ ਜਦੋਂ ਅਸੀਂ ਨਾਮ ਜਪਦੇ, ਜਪ ਜਪ ਕੇ ਮਨ ਨੂੰ ਆਨੰਦ ਮਿਲਣਾ। ਉਸ ਦਾ ਭੇਦ ਨਹੀਂ ਲੈਂਦੇ। ਗੁਰੂ ਦੀ ਸ਼ਰਨ ਵਿੱਚ ਜਾ ਕੇ ਫਿਰ ਉਹੀ ਦੁਨਿਆਵੀ ਚੀਜ਼ਾਂ ਜਿਨ੍ਹਾਂ ਦੇ ਵਿੱਚ ਅਸੀਂ ਵਿਚਰਦੇ ਹਾਂ ਉਹੀ ਮੰਗਣਾ ਫਿਰ ਸ਼ੁਰੂ ਕਰਦੇ ਨੇ, ਜਿਨ੍ਹਾਂ ਨਾਲ ਫਿਰ ਦੁੱਖ ਹੁੰਦਾ। ਅਤੇ ਮਹਾਰਾਜ ਗੁਰਬਾਣੀ 'ਚ ਦੱਸਦੇ ਆ, ਕਹਿੰਦੇ ਅੰਦਰ ਕਪਟ ਉਧਰ ਭਰਨੇ ਕੇ ਤਾਈਂ, ਕਿ ਸਿਰਫ ਆ ਪੇਟ ਭਰਨ ਲਈ ਪਾਠ ਪੜੇ ਗੁਆਰੀ, ਕਿ ਜੇ ਸਿਰਫ ਪਾਠ ਅਸੀਂ ਇਹਨਾਂ ਚੀਜ਼ਾਂ ਲਈ ਕਰਦੇ ਹਾਂ ਅਤੇ ਫਿਰ ਮਹਾਰਾਜ ਨੇ ਮੂਰਖ ਕਿਹਾ ਹੈ ਗੁਰਬਾਣੀ 'ਚ ਮੰਨੋ। ਹੁਣ ਇਹ ਅਵਸਥਾ ਤੋਂ ਨਿਕਲਦੇ ਹੋਏ ਫਿਰ ਕਹਿੰਦੇ ਕਿ ਗੁਰਮੁਖਾਂ ਨਾਲ ਮਿਲਾਪ ਹੋ ਜਾਂਦਾ। ਫਿਰ ਗੁਰਮੁਖਾਂ ਨੂੰ ਪੁੱਛਦੇ ਆ ਕਿ ਅਸੀਂ ਤਾਂ ਜਾਂਦੇ ਹਾਂ, ਤੁਸੀਂ ਕਹਿੰਦੇ ਸੀ ਕਿ ਗੁਰੂ ਕੋਲ ਜਾਓ, ਉੱਥੇ ਤੁਹਾਨੂੰ ਸਭ ਕੁਛ ਮਿਲੇਗਾ। ਜਾ ਕੇ ਮੰਗ ਕੀਤੀ, ਸਾਨੂੰ ਤਾਂ ਕੁਛ ਨਹੀਂ ਮਿਲਿਆ। ਸਗੋਂ ਜਦੋਂ ਹੁਕਮਨਾਮਾ ਸਾਹਿਬ ਆਉਂਦਾ ਨਾ, ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹੁੰਦੇ, ਉਹ ਕਹਿੰਦੇ ਸਾਨੂੰ ਤਾਂ ਫਿਰ ਝਿੜਕ ਹੀ ਮਿਲੀ ਉੱਥੋਂ। ਅਤੇ ਫਿਰ ਗੁਰਮੁਖ ਸਮਝਾਉਂਦੇ ਆ, ਕਹਿੰਦੇ ਕਿ ਅਸੀਂ ਸਾਰੇ ਹੀ ਉਸ ਦਰ ਦੇ ਮੰਗਤੇ ਹਾਂ, ਅਤੇ ਮੰਗਤੇ ਨੂੰ ਕਦੇ ਵੀ ਮਾਣ ਪ੍ਰਾਪਤ ਨਹੀਂ ਹੁੰਦਾ, ਸਾਰੇ ਝਿੜਕਦੇ ਹੀ ਆ। ਮਹਾਰਾਜ ਕਹਿੰਦੇ ਲੋਕ ਤਿਕਾਰ ਕਹੇ ਮੰਗਤ ਜਨ, ਮੰਗਤ ਮਾਨ ਨਾ ਪਾਇਆ, ਕਿ ਜਿਹੜੇ ਤਰਲੋਕੀ ਦੇ ਵਿੱਚ ਵੀ ਅਸੀਂ ਲੋਕਾਂ ਵੇਖਦੇ ਹਾਂ ਨਾ, ਦੁਨਿਆਵੀ ਤੌਰ 'ਤੇ ਕੋਈ ਮੰਗਤਾ ਹੋਵੇ ਅਤੇ ਜੇ ਕੋਈ ਉਹਦੇ ਤੋਂ ਮੰਗ ਕਰਦਾ ਆ ਅਤੇ ਜੇ ਸਰੀਰਕ ਤੌਰ 'ਤੇ ਠੀਕ ਹੋਵੇ ਅਤੇ ਅੱਗੋਂ ਝਿੜਕਦੇ ਆ ਲੋਕ ਕਿ ਤੇਰਾ ਸਰੀਰ ਇੰਨਾ ਵਧੀਆ ਮਹਾਰਾਜ ਨੇ ਤੈਨੂੰ ਦਿੱਤਾ, ਆਪ ਕੰਮ ਕਰਕੇ ਨਹੀਂ ਖਾ ਸਕਦਾ। ਅਤੇ ਜਿਹੜਾ ਵੀ ਫਿਰ ਕਹਿੰਦੇ ਜਿਹੜੇ ਲੋਕ ਤਿਕਾਰ ਕਹੇ, ਜਿਵੇਂ ਲੋਕ ਤਿਕਾਰ ਦਿੰਦੇ ਆ ਮੰਗਤ ਨੂੰ, ਕਹਿੰਦੇ ਮੰਗਿਆ ਮਾਨ ਪ੍ਰਾਪਤ ਨਹੀਂ ਹੁੰਦਾ। ਹੁਣ ਕਹਿੰਦੇ ਕਿ ਤੁਸੀਂ ਵੀ ਫਿਰ ਮੰਗਤੇ ਹੀ ਆ, ਤੁਸੀਂ ਕਹਿੰਦੇ ਸਾਰਾ ਜੱਗ ਹੀ ਮੰਗਤਾ ਆ, ਜਗਤ ਭਿਖਾਰੀ, ਕਿ ਸਾਰਾ ਜਿਹੜਾ ਜਗਤ ਆ ਭਿਖਾਰੀ ਆ, ਅਤੇ ਫਿਰ ਤੁਹਾਡੇ ਅਤੇ ਮੇਰੇ ਮੰਗਣ 'ਚ ਫਰਕ ਕੀ ਆ। ਫਿਰ ਗੁਰਮੁਖ ਸਮਝਾਉਂਦੇ, ਕਹਿੰਦੇ ਤੁਸੀਂ ਮੰਗਦੇ ਆ ਕਾਲ ਤੋਂ, ਮਾਇਆ ਤੋਂ, ਤੁਹਾਡੇ ਅਤੇ ਸਾਡੇ ਮੰਗਣ ਵਿੱਚ ਫਰਕ ਇਹ ਆ ਕਿ ਅਸੀਂ ਉਸ ਪਰਮਾਤਮਾ ਦੇ ਦਰ 'ਤੇ ਜਾ ਕੇ ਮੰਗਦੇ ਹਾਂ। ਹੁਣ ਜਦੋਂ ਆਪਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਜਾਂਦੇ ਹਾਂ, ਸਤਿਗੁਰ ਦੀ ਸ਼ਰਨ ਵਿੱਚ ਜਾ ਕੇ ਅਸੀਂ ਦਰਸ਼ਨ ਕਰਨੇ ਹੁੰਦੇ ਆ ਸਤਿਗੁਰ ਦੇ, ਅਸੀਂ ਅੱਖਾਂ ਬੰਦ ਕਰਕੇ ਮੰਗਣਾ ਸ਼ੁਰੂ ਕਰ ਦਿੰਦੇ ਹਾਂ, ਅਰਦਾਸਾਂ ਸ਼ੁਰੂ ਕਰ ਦਿੰਦੇ ਹਾਂ। ਲੇਕਿਨ ਜੋ ਸਤਿਗੁਰ ਦੇ ਦਰਸ਼ਨ ਕਰਨ ਗਏ ਸੀ ਉਹ ਦਰਸ਼ਨ ਨਹੀਂ ਕੀਤੇ। ਜੋ ਸਤਿਗੁਰ ਨੇ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਸੀ ਉਹ ਸਤਿਗੁਰ ਦੀ ਗੱਲ ਨਹੀਂ ਮੰਨੀ। ਅਤੇ ਮਹਾਰਾਜ ਗੁਰਬਾਣੀ ਵਿੱਚ ਫਿਰ ਦੱਸਦੇ ਆ ਕਿ ਜਿਹੜੇ ਗੁਰਮੁਖ ਆ ਉਹ ਫਿਰ ਸਾਨੂੰ ਸਮਝਾਉਂਦੇ ਆ ਕਿਵੇਂ ਮੰਗਣਾ, ਕਿਹੜਾ ਦਰ ਆ, ਕਿੱਥੇ ਬੈਠਣਾ। ਗੁਰਬਾਣੀ ਦੁਆਰਾ ਫਿਰ ਉਹ ਗੁਰਮੁਖ ਸਾਨੂੰ ਸੋਝੀ ਦਿੰਦੇ ਆ। ਕਹਿੰਦੇ ਕਿ ਅਸੀਂ ਜਦੋਂ ਪਰਮਾਤਮਾ ਤੋਂ ਮੰਗਦੇ ਨਾ, ਅਸੀਂ ਉਹਦੇ ਦਰ 'ਤੇ ਪੁਕਾਰ ਕਰਦੇ, ਉਹ ਮਹਿਲ ਦੇ ਵਿੱਚ ਬੈਠਾ ਸਾਨੂੰ ਦੇਖਦਾ ਵੀ ਆ ਅਤੇ ਸੁਣਦਾ ਵੀ ਆ। ਸਾਨੂੰ ਪਤਾ ਆ ਕਿ ਅਸੀਂ ਉਸ ਮਾਲਕ ਤੋਂ ਹੀ ਮੰਗਣਾ ਆ, ਅਤੇ ਉਸ ਦੇ ਦਰ 'ਤੇ ਜਦੋਂ ਅਸੀਂ ਜਾਂਦੇ ਹਾਂ ਸਾਨੂੰ ਪਤਾ ਮਾਲਕ ਸਾਨੂੰ ਦੇਖ ਰਿਹਾ, ਭਾਵੇਂ ਝਿੜਕੇ ਅਤੇ ਭਾਵੇਂ ਗੱਲ ਲਾ ਲਏ, ਪਰ ਅਸੀਂ ਉਸ ਦਾ ਦਰ ਨਹੀਂ ਛੱਡਦੇ। ਜੋ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਇਆ, ਜੇ ਦਰ ਮੰਗਤ ਕੂਕ ਕਰੇ, ਮਹਿਲੀ ਖਸਮ ਸੁਣੇ, ਭਾਵੇਂ ਤੀਰਕ ਭਾਵੇਂ ਧੱਕੇ ਇੱਕ ਵਡਾਈ ਦੇ। ਕਹਿੰਦੇ ਕਿ ਇੱਕ ਤਾਂ ਵਡਿਆਈ ਸਾਨੂੰ ਦਊਗਾ, ਭਾਵੇਂ ਧੱਕ ਕੇ ਬਾਹਰ ਕੱਢ ਦੇ, ਭਾਵੇਂ ਅੰਦਰ ਗੱਲ ਨਾ ਲਾ ਲਏ, ਪਰ ਅਸੀਂ ਉਸ ਦਾ ਦਰ ਨਹੀਂ ਛੱਡਦੇ। ਅਤੇ ਗੁਰਬਾਣੀ 'ਚ ਫਿਰ ਦੱਸਿਆ ਆ ਭਗਤਾਂ ਨੇ, ਕਹਿੰਦੇ ਕਿ ਸਾਨੂੰ ਹੁਣ ਸੋਝੀ ਆ ਗਈ ਹੈ ਕਿ ਅਸੀਂ ਪਿਛਲੇ ਜਨਮਾਂ ਤੋਂ ਦੇ ਸੇਵਕ ਹਾਂ ਪਰਮਾਤਮਾ ਦੇ। ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮੇਟਿਆ ਨਾ ਜਾਈ। ਕਹਿੰਦੇ ਕਿ ਹੁਣ ਪੁਰਾਣੇ ਸਮੇਂ 'ਚ ਕੀ ਹੁੰਦਾ ਸੀ ਕਿ ਜਿਹੜੇ ਸਾਧੂ ਜਿਹੜੇ ਮੰਗਣ ਆਉਂਦੇ ਸੀ ਉਹਨਾਂ ਨੇ ਭਗਵੇਂ ਕੱਪੜੇ ਪਾਏ ਹੁੰਦੇ ਸੀ, ਉਹਨਾਂ ਨੂੰ ਕਹਿ ਦਿੰਦੇ ਸੀ ਸਾਧੂ, ਖੈਰ ਲੈਣ ਆਏ। ਉਹ ਕੀ ਕਰਦੇ ਹੁੰਦੇ ਸੀ ਕਿ ਜਿਸ ਘਰ ਦੇ ਵਿੱਚੋਂ ਖੈਰ ਲੈਣੀ ਉੱਥੇ ਬੈਠ ਜਾਂਦੇ ਸੀ, ਜੇ ਉਹ ਖੈਰ ਨਹੀਂ ਮਿਲਦੀ ਉੱਥੇ ਧੂਆ ਲਾ ਕੇ ਬੈਠ ਜਾਂਦੇ। ਅੱਜ ਕੱਲ੍ਹ ਤਾਂ ਜਿਹੜੇ ਫਿਰ ਆਪਾਂ ਸੰਸਾਰ ਵਿੱਚ ਦੇਖਦੇ ਨਾ, ਇੱਕ ਤੋਂ ਨਹੀਂ ਮਿਲਿਆ ਫਿਰ ਦੂਜੇ ਕੋਲ ਭੱਜ ਜਾਂਦੇ ਉੱਠ ਕੇ, ਇੱਕ ਤੋਂ ਖੈਰ ਨਹੀਂ ਮਿਲੀ ਫਿਰ ਦੂਜੇ ਕੋਲ ਚਲੇ ਗਏ, ਦੂਜੇ ਘਰ ਨਹੀਂ ਮਿਲੀ ਤੀਜੇ ਘਰ ਚਲੇ ਗਏ। ਅਤੇ ਉਹਨਾਂ ਨੇ ਆਪਾਂ ਨੂੰ ਫਿਰ ਸਮਝਾਇਆ, ਕਹਿੰਦੇ ਕਿ ਅਸੀਂ ਉਹ ਜਿਵੇਂ ਸਾਧੂ ਧੂੰਆਂ ਲਾ ਕੇ ਬੈਠ ਜਾਂਦੇ ਆ, ਪੁਰਾਣੇ ਸਮੇਂ ਦੇ ਵਿੱਚ ਬੈਠ ਜਾਂਦੇ ਸੀ, ਕਹਿੰਦੇ ਅਸੀਂ ਵੀ ਉਸ ਦਰ 'ਤੇ ਜਾ ਕੇ ਆਵਾਜ਼ ਦੇ ਕੇ ਬੈਠ ਜਾਂਦੇ ਹਾਂ। ਕਹਿੰਦੇ ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ, ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਦਗਾਈ।
ਕਹਿੰਦੇ ਦਾਗੇ ਹੋਏ ਸੋ ਰਨ ਮੈਂ ਜੂਝੇ, ਬਿਨ ਦਾਗੇ ਭਾਗ ਜਾਏ। ਸਾਧੂ ਹੋਵੈ ਸੋ ਭਗਤ ਪਛਾਨੇ, ਹਰ ਲੈ ਖਜ਼ਾਨੇ ਪਾਏ। ਕਹਿੰਦੇ ਸਾਨੂੰ ਹੁਣ ਭੇਦ ਲੱਗ ਗਿਆ ਕਿ ਉਹ ਪ੍ਰਮਾਤਮਾ ਸਾਨੂੰ ਸਵਾਸ ਦੇ ਰਿਹਾ ਹੈ, ਉਹ ਗ੍ਰਾਹੀ ਸਵਾਸਾਂ ਦੀ ਸਾਡੇ ਅੰਦਰ ਪਾ ਰਿਹਾ ਹੈ ਅਤੇ ਅਸੀਂ ਜਿੰਦਾ ਹਾਂ। ਹੁਣ ਉਹ ਸਾਨੂੰ ਸਵਾਸ ਦਿੰਦਾ ਆ ਅਤੇ ਅਸੀਂ ਮੋਹਰ ਲਾ ਕੇ ਸਵਾਸ ਵਾਪਸ ਜਮ੍ਹਾਂ ਕਰ ਦਿੰਦੇ ਹਾਂ। ਜਦੋਂ ਆਪਾਂ ਸਿਮਰਨ ਕਰਦੇ ਹਾਂ, ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਇਹ ਸਾਡੇ ਸਵਾਸ ਜਮ੍ਹਾਂ ਹੁੰਦੇ। ਇੱਕ ਜਣਾ ਸਾਡੇ ਵਿੱਚੋਂ ਕਰਦਾ, ਦੂਜੇ ਬੈਠ ਕੇ ਸੁਣਦੇ ਹਾਂ। ਜਿਹੜੇ ਮਨ 'ਚ ਫੁਰਨਾ ਨਹੀਂ ਕਰਨ ਵਾਲੇ ਦੇ ਅਤੇ ਸੁਣਨ ਵਾਲੇ ਦੇ, ਜਦੋਂ ਮਨ ਵਿਚਾਰਾਂ ਤੋਂ ਰਹਿਤ ਹੋ ਜਾਂਦਾ, ਉਸ ਮਾਲਕ ਦੀ ਉਸਤਤ ਅਸੀਂ ਕਰਦੇ ਹਾਂ, ਉਹ ਸਾਡੇ ਫਿਰ ਸਵਾਸ ਜਮ੍ਹਾਂ ਹੁੰਦੇ ਆ। ਕਹਿੰਦੇ ਫਿਰ ਅਸੀਂ ਉਹ ਖਜ਼ਾਨੇ ਦੇ ਵਿੱਚ ਇੱਦਾਂ ਜਮ੍ਹਾਂ ਕਰਦੇ ਰਹਿੰਦੇ ਹਾਂ ਸਵਾਸ, ਅਤੇ ਉਹ ਮਾਲਕ ਦੇ ਦਰ 'ਤੇ ਕੂਕ ਦੇ ਕੇ ਫਿਰ ਅਸੀਂ ਉਸ ਦਰ 'ਤੇ ਬੈਠ ਜਾਂਦੇ ਹਾਂ। ਜਿਵੇਂ ਹੁਣ ਆਪਾਂ ਸਿਮਰਨ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ, ਅਸੀਂ ਸਿਮਰਨ ਕਰ ਕਰਕੇ ਇੱਦਾਂ ਸ਼ਬਦ ਦਾ ਅਭਿਆਸ ਕਰ ਕਰਕੇ ਅਸੀਂ ਮਾਲਕ ਦੇ ਦਰ 'ਤੇ ਜਾ ਕੇ ਬੈਠਣਾ ਹੁੰਦਾ। ਜਿੱਦਾਂ ਕਹਿੰਦੇ ਸੁੰਨ ਦੇ ਵਿੱਚ, ਦਰ ਦੇ ਵਿੱਚ 'ਤੇ ਜਾ ਕੇ ਅਸੀਂ ਬੈਠ ਗਏ। ਫਿਰ ਮਨਮੁਖ ਪੁੱਛਦਾ ਆ ਕਿ ਤੁਸੀਂ ਮਾਲਕ ਨੂੰ ਦੇਖਿਆ? ਜਿਵੇਂ ਹੁਣ ਆਪਾਂ ਵਿਚਾਰ ਕੀਤੀ ਸੀ, ਜਿਨ੍ਹਾਂ ਭਗਤਾਂ ਨੇ, ਗੁਰੂ ਸਾਹਿਬਾਨ ਨੇ ਪ੍ਰਮਾਤਮਾ ਨੂੰ ਦੇਖਿਆ, ਉਸ ਪ੍ਰਮਾਤਮਾ ਦੀ ਆਵਾਜ਼ ਸੁਣੀ, ਉਹ ਫਿਰ ਸਾਨੂੰ ਸੋਝੀ ਦਿੰਦੇ ਆ। ਸਾਰਾ ਖੇਲ ਸਾਨੂੰ ਗੁਰਬਾਣੀ 'ਚ ਦਿਖਾਇਆ ਹੈ, ਸ਼ਬਦਾਂ 'ਚ ਭੇਜ ਦਿੱਤਾ ਹੈ, ਕਿਵੇਂ ਪਰਮਾਤਮਾ ਨੂੰ ਦੇਖਿਆ। ਇੱਦਾਂ ਹੀ ਫਿਰ ਉਹ ਗੁਰਮੁਖ ਸਮਝਾਉਂਦੇ ਆ, ਕਹਿੰਦੇ ਹਾਂਜੀ ਅਸੀਂ ਗੁਰੂ ਦੀ ਸ਼ਰਨ ਵਿੱਚ ਗਏ, ਗੁਰੂ ਨੇ ਸਾਨੂੰ ਸਨਮੁਖ ਕਰਵਾਇਆ ਪਰਮਾਤਮਾ ਦੇ। ਫਿਰ ਕਹਿੰਦੇ ਕਿ ਉਹ ਪਰਮਾਤਮਾ ਕਿਹੋ ਜਿਹਾ, ਮਨਮੁਖ ਪੁੱਛਦਾ। ਜਿਵੇਂ ਹੁਣ ਆਪਾਂ ਵੀ ਕਈ ਵਾਰੀ ਵਿਚਾਰ ਕਰਦੇ ਹਾਂ, ਗੁਰਮੁਖਾਂ ਤੋਂ ਪੁੱਛਦੇ ਹਾਂ ਕਿ ਸਾਨੂੰ ਦੱਸੋ ਜੀ ਅਸੀਂ ਪਰਮਾਤਮਾ ਨੂੰ ਮਿਲਣਾ ਕਿਵੇਂ, ਰਸਤਾ ਅਖਤਿਆਰ ਕਰੀਏ, ਕਿਹੋ ਜਿਹਾ ਪਰਮਾਤਮਾ ਹੈ। ਅਤੇ ਜਦੋਂ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਤਾਂ ਫਿਰ ਸਾਨੂੰ ਸਮਝਾਇਆ, ਕਹਿੰਦੇ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬਜਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਕਿ ਉਸ ਪਰਮਾਤਮਾ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਉਹ ਅਦ੍ਰਿਸ਼ਟ ਹੈ, ਪਰ ਜਿਨ੍ਹਾਂ 'ਤੇ ਕਿਰਪਾ ਕਰਦੇ ਆ ਉਹਨਾਂ ਨੂੰ ਆਪਾਂ ਆਪ ਬੁਝਾ ਦਿੰਦੇ ਹਾਂ। ਫਿਰ ਉਹ ਕਹਿੰਦੇ ਕਿ ਕਿਵੇਂ, ਫਿਰ ਉਹ ਪਰਮਾਤਮਾ ਦੀ ਆਵਾਜ਼ ਨੂੰ ਸੁਣਦੇ ਆ। ਫਿਰ ਗੁਰਬਾਣੀ 'ਚ ਆਪਾਂ ਨੂੰ ਭੇਜ ਦਿੱਤਾ। ਜਿਵੇਂ ਹੁਣ ਆਪਾਂ ਸਿਮਰਨ ਅਭਿਆਸ ਕਰਕੇ ਸੁਣਨ ਵਿੱਚ ਬੈਠਦੇ ਹਾਂ, ਮਾਲਕ ਦੀ ਆਵਾਜ਼ ਨੂੰ ਸੁਣਦੇ ਹਾਂ, ਉਹ ਗੁਰਬਾਣੀ 'ਚ ਸਾਨੂੰ ਫਿਰ ਭੇਜ ਦਿੱਤਾ। ਕਹਿੰਦੇ ਪੰਚੇ ਸ਼ਬਦ ਵੱਜੇ ਮਤ ਗੁਰਮਤ, ਕਿ ਜਿਹੜੇ ਸਾਡੇ ਅੰਦਰ 5 ਸ਼ਬਦ ਚੱਲਦੇ ਆ, ਉਹ ਸ਼ਬਦ ਗੁਰੂ ਦੀ ਮੱਤ ਦੁਆਰਾ ਵੱਜਦੇ ਆ। ਕਹਿੰਦੇ ਵਡਭਾਗੀ ਅਨਹਦ ਵੱਜਿਆ। ਹੁਣ ਜਦੋਂ ਅਸੀਂ ਸਿਮਰਨ ਅਭਿਆਸ ਕਰਦੇ ਹਾਂ, ਸਾਨੂੰ ਕਈ ਵਾਰੀ ਸ਼ਬਦ ਸੁਣਾਈ ਦਿੰਦੇ ਆ, ਜਿਹਨੂੰ ਮਾਰੇ ਕਹਿੰਦੇ ਮਸਤਕ ਪਦਮ ਦੁਆਲੇ ਮਣੀ, ਮਾਹੇ ਨਰੰਜਨ ਤ੍ਰੈ ਭਵਨ ਧਨੀ, 5 ਸ਼ਬਦ ਨਰਮਾਇਲ ਬਾਜੇ, ਢੁਲਕੇ ਚਵਰ ਸੰਖ ਘਨ ਗਾਜੇ। ਜਿੱਦਾਂ ਸੰਖ ਦੀ ਆਵਾਜ਼ ਆਉਂਦੀ ਆ, ਜਦੋਂ ਗੁਰੂ ਸਾਹਿਬ 'ਤੇ ਚੌਰ ਆਪਾਂ ਕਰਦੇ ਹਾਂ, ਉਹਦੇ ਵਿੱਚੋਂ ਆਵਾਜ਼ ਆਉਂਦੀ ਆ। ਇੱਦਾਂ ਫਿਰ ਸਾਡੇ ਅੰਦਰ ਆਵਾਜ਼ਾਂ ਆਉਂਦੀਆਂ, ਜੋ ਗੁਰਬਾਣੀ 'ਚ ਸਾਨੂੰ ਖੋਲ੍ਹ ਕੇ ਸਮਝਾਇਆ। ਕਈ ਵਾਰੀ ਹੁਣ ਗੁਰਮੁਖ ਜਦੋਂ ਸਿਮਰਨ ਕਰਦੇ ਨਾ, ਸਹਿਜ ਸੁਭਾਅ ਬੈਠੇ ਹੁੰਦੇ, ਇੱਦਾਂ ਲੱਗਦਾ ਜਿਵੇਂ ਛੈਣਿਆਂ ਦੀ ਆਵਾਜ਼ ਆਈ, ਜਿਵੇਂ ਕਿਸੇ ਨੇ ਸੰਖ ਵਜਾਇਆ। ਉਹ ਫਿਰ ਸਾਡੇ ਅੰਦਰ ਆਵਾਜ਼ਾਂ ਆਉਂਦੀਆਂ। ਉਹ ਦਰ ਤੋਂ ਜਦੋਂ ਅਸੀਂ ਆਵਾਜ਼ ਸੁਣਦੇ ਹਾਂ, ਕਹਿੰਦੇ ਪੰਚੇ ਸ਼ਬਦ ਵੱਜੇ ਮਤ ਗੁਰਮਤ, ਇਹ ਜਿਹੜੀ ਆਵਾਜ਼ ਆਉਂਦੀ ਗੁਰੂ ਦੀ ਮੱਤ ਦੁਆਰਾ ਭੇਦ ਲੱਗਦਾ ਕਿ ਸਾਡੇ ਅੰਦਰ ਇਹ ਆਵਾਜ਼ ਚੱਲਦੀ ਆ ਅਤੇ ਅਸੀਂ ਉਸ ਆਵਾਜ਼ ਨੂੰ ਸੁਣਦੇ ਹਾਂ। ਫਿਰ ਆਪਾਂ ਨੂੰ ਸਮਝਾਇਆ, ਕਹਿੰਦੇ ਕਿ ਜਦੋਂ ਅਸੀਂ ਫਿਰ ਸ਼ਬਦ ਨੂੰ ਸੁਣਦੇ ਹਾਂ, ਉਹ ਸਾਰਿਆਂ ਨੂੰ, ਜਿਹੜਾ ਸਤਿਗੁਰ ਆ ਜਿਸ ਤੋਂ ਆਵਾਜ਼ ਆ ਰਹੀ ਹੈ, ਉਹ ਸਭ ਨੂੰ ਦੇਖ ਰਿਹਾ ਹੈ ਅਤੇ ਸਾਰੇ ਉਸ ਨੂੰ ਵੀ ਦੇਖ ਰਹੇ ਆ। ਜਦੋਂ ਹੁਣ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਕਿ ਜਿੰਨਾ ਸੰਸਾਰ ਆ ਉਹ ਸਤਿਗੁਰ ਨੂੰ ਦੇਖਦਾ ਅਤੇ ਉਹ ਪਰਮਾਤਮਾ ਸਾਨੂੰ ਸਾਰਿਆਂ ਨੂੰ ਦੇਖ ਰਿਹਾ। ਮਹਾਰਾਜ ਕਹਿੰਦੇ ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਵੇਖ ਅਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਕਿ ਜਿਸ ਅਕਾਲ ਪੁਰਖ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਆ, ਉਹ ਅਕਾਲ ਪੁਰਖ ਸਾਨੂੰ ਵੇਖਦਾ ਵੀ ਅਤੇ ਸੁਣਦਾ ਵੀ ਆ। ਇੱਦਾਂ ਹੀ ਜਿੰਨਾ ਉਸ ਤੋਂ ਸ੍ਰਿਸ਼ਟੀ ਪੈਦਾ ਹੋਈ ਆ, ਸਾਰਾ ਜਗਤ ਪੈਦਾ ਹੋਇਆ, ਉਹ ਸਤਿਗੁਰੂ ਨੂੰ ਦੇਖ ਰਿਹਾ ਹੈ। ਅਤੇ ਸਤਿਗੁਰੂ ਪਰਮਾਤਮਾ ਨੂੰ ਕਿਹਾ ਹੈ, ਗੁਰਬਾਣੀ ਗੁਰੂ ਨੂੰ ਵੀ ਸਤਿਗੁਰ ਕਿਹਾ ਹੈ, ਪਰਮਾਤਮਾ ਨੂੰ ਵੀ ਸਤਿਗੁਰ ਕਿਹਾ ਹੈ। ਅਤੇ ਕਹਿੰਦੇ ਕਿ ਸਾਰਾ ਸੰਸਾਰ ਉਹ ਸਤਿਗੁਰੂ ਨੂੰ ਦੇਖ ਰਿਹਾ, ਕਿਉਂਕਿ ਅਸੀਂ ਸਾਰੇ ਖੇਲ ਹੀ ਉਹਦੇ ਵਿੱਚ ਰਹੇ ਹਾਂ। ਅਤੇ ਕਹਿੰਦੇ ਕਿ ਡਿੱਠਿਆ ਮੁਕਤ ਨਾ ਹੋਵਈ, ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦੇ, ਉਹਨਾਂ ਚਿਰ ਸਾਨੂੰ ਭੇਦ ਨਹੀਂ ਲੱਗਦਾ ਕਿਵੇਂ ਮੁਕਤ ਹੋਣਾ, ਕਿਉਂਕਿ ਪਹਿਚਾਣ ਨਹੀਂ ਸਾਨੂੰ, ਹਰ ਵਕਤ ਵਿਚਰਦੇ ਉਹਦੇ ਵਿੱਚ ਆ। ਫਿਰ ਉਹ ਕਹਿੰਦੇ ਕਿ ਹੁਣ ਤੁਸੀਂ ਫਿਰ ਪਰਮਾਤਮਾ ਨਾਲ ਗੱਲ ਵੀ ਕਰਦੇ ਆ, ਮਿਲਦੇ ਵੀ ਆ। ਕਿਵੇਂ ਗੱਲ ਕਰਦੇ ਆ? ਕਹਿੰਦੇ ਫਿਰ ਜਦੋਂ ਅਸੀਂ
ਬੈਠਦੇ ਹਾਂ ਅਤੇ ਉਹ ਪਰਮਾਤਮਾ ਸਾਰਾ ਹੀ ਭਗਤਾਂ ਨਾਲ ਗੱਲ ਕਰਦਾ, ਜਿਹੜਾ ਵੀ ਉਸ ਦੀ ਸ਼ਰਨ ਵਿੱਚ ਚਲਾ ਜਾਂਦਾ। ਜਿਹਨੂੰ ਮਹਾਰਾਜ ਕਹਿੰਦੇ ਸਹਿਜ ਗੁਫਾ ਮੈਂ ਆਸਨ ਬੰਨ੍ਹਿਆ, ਕਿ ਪਰਮਾਤਮਾ ਨੇ ਸਹਿਜ ਗੁਫਾ ਦੇ ਵਿੱਚ ਆਸਨ ਬੰਨ੍ਹਿਆ ਹੋਇਆ। ਜਿਹਨੂੰ ਮਹਾਰਾਜ ਕਹਿੰਦੇ ਸੁੰਨ ਸਮਾਧ, ਜਦੋਂ ਸੁੰਨ ਸਮਾਧ ਵਿੱਚ ਚਲੇ ਜਾਂਦੇ ਉੱਥੇ ਕੌਣ ਆ? ਗੁਫਾ ਦੇ ਵਿੱਚ ਪਰਮਾਤਮਾ ਬ੍ਰਹਮ। ਅਤੇ ਜਿਹੜਾ ਵੀ ਮਨ ਉੱਥੇ ਆਸਣ ਲਾ ਲੈਂਦਾ, ਪਰਮਾਤਮਾ ਫਿਰ ਉਹਦੇ ਨਾਲ ਗੋਸ਼ਟ ਕਹਿੰਦੇ ਵਿਚਾਰ ਕਰਦੇ ਆ। ਗੋਸ਼ਟ ਨੂੰ ਕਹਿੰਦੇ ਆ ਵਿਚਾਰ ਕਰਨੀ। ਕਹਿੰਦੇ ਸੁੰਨ ਸਮਾਧ ਗੁਫਾ ਤੇ ਆਸਨ, ਕੇਵਲ ਬ੍ਰਹਮ ਪੂਰਨ ਤੇ ਬਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ। ਉਸ ਅਵਸਥਾ 'ਤੇ ਮਹਾਰਾਜ ਕਹਿੰਦੇ ਆ ਨਾ ਮਰਨ ਆ ਅਤੇ ਨਾ ਹੀ ਜਨਮ ਆ। ਭਗਤ ਸੰਗ ਪ੍ਰਭ ਗੋਸ਼ਟ ਕਰਤ ਤੇ ਹਰਖ ਨ ਸੋਗ ਨ ਜਨਮ ਨਹਿ ਮਰਨ। ਉਸ ਅਵਸਥਾ ਦੀ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਉਸ ਅਵਸਥਾ 'ਚ ਨਾ ਰੋਗ ਆ, ਹਰਖ ਆ, ਨਾ ਸੋਗ ਆ, ਅਤੇ ਨਾ ਹੀ ਉਸ ਅਵਸਥਾ 'ਤੇ ਜਨਮ ਆ, ਨਾ ਹੀ ਮਰਨ ਆ। ਫਿਰ ਦੱਸਦੇ ਆ ਕਿ ਦਰ 'ਤੇ ਜਾ ਕੇ ਆਵਾਜ਼ ਦੇ ਕੇ ਗੁਰਮੁਖ ਫਿਰ ਜਦੋਂ ਬੈਠਦੇ ਆ, ਜਦੋਂ ਹੁਣ ਆਪਾਂ ਸਾਸ ਗ੍ਰਾਸ ਸਿਮਰਨ ਕਰਦੇ ਹਾਂ ਅਤੇ ਜਦੋਂ ਅਸੀਂ ਉਸ ਅਵਸਥਾ 'ਤੇ ਜਾ ਕੇ ਆਵਾਜ਼ ਦਿੰਦੇ, ਸਤਿਗੁਰ ਸਾਨੂੰ ਸੁਣਦੇ ਆ। ਕਹਿੰਦੇ ਸਾਚ ਭੇਟ ਬੈਸਨ ਕੋ ਥਾਉ, ਸਤ ਸੰਤੋਖ ਹੋਏ ਅਰਦਾਸ ਤਾ ਸੁਣ ਸਦ ਬਹਾਲੇ ਪਾਸ। ਕਹਿੰਦੇ ਉਸ ਅਵਸਥਾ 'ਤੇ ਜਾ ਕੇ ਫਿਰ ਜਦੋਂ ਅਸੀਂ ਅਰਦਾਸ ਕਰਦੇ ਹਾਂ, ਉਹ ਪਰਮਾਤਮਾ ਫਿਰ ਸਾਨੂੰ ਸੁਣਦੇ ਆ, ਫਿਰ ਉਹ ਸਾਡੀ ਅਰਦਾਸ ਪੂਰੀ ਕਰਦੇ ਆ। ਕਹਿੰਦੇ ਫਿਰ ਤੁਸੀਂ ਕੀ ਮੰਗਦੇ ਆ? ਕਹਿੰਦੇ ਅਸੀਂ ਉਸ ਪਰਮਾਤਮਾ ਤੋਂ ਨਾਮ, ਹਮੇਸ਼ਾ ਉਹਦੇ ਨਾਮ ਨਾਲ ਪ੍ਰੀਤ ਬਣੀ ਰਹੇ, ਕਿਉਂਕਿ ਨਾਮ ਤੋਂ ਬਿਨਾਂ ਜੇ ਹੋਰ ਚੀਜ਼ਾਂ ਅਸੀਂ ਮੰਗਦੇ ਹਾਂ ਉਹਦੇ 'ਚ ਦੁੱਖ ਹੀ ਦੁੱਖ ਆ। ਜਿਹਨੂੰ ਮਹਾਰਾਜ ਕਹਿੰਦੇ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਇੱਕ ਨਾਨਕ ਕੀ ਅਰਦਾਸ, ਜੇ ਤਿਦ ਭਾਵਸੀ, ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ। ਕਹਿੰਦੇ ਕਿ ਫਿਰ ਅਸੀਂ ਉਸ ਪਰਮਾਤਮਾ ਤੋਂ ਉਸ ਦਾ ਨਾਮ ਮੰਗਦੇ ਹਾਂ, ਕਿ ਜੋ ਹਮੇਸ਼ਾ ਜਦੋਂ ਅਸੀਂ ਹੁਣ ਇਸ ਸੰਸਾਰ ਵਿੱਚ ਵੀ ਵਿਚਰਨਾ, ਕਿ ਉਸ ਨਾਮ ਦੁਆਰਾ ਹੀ ਸਾਡੀ ਸੁਰਤੀ ਜੁੜੀ ਰਹੇ, ਉਸ ਪਰਮਾਤਮਾ ਦੇ ਨਾਮ ਤੋਂ ਸਾਡੀ ਸੁਰਤੀ ਦਾ ਕਦੇ ਵਿਛੋੜਾ ਨਾ ਪਏ। ਫਿਰ ਕਹਿੰਦੇ ਕਿ ਇਸੇ ਤਰੀਕੇ ਨਾਲ ਜਿਹਨੇ ਉਸ ਨਾਮ ਦੀ ਪ੍ਰਾਪਤੀ ਕਰ ਲਈ, ਉਹਨੂੰ ਸਾਰੇ ਖਜ਼ਾਨੇ ਮਿਲ ਜਾਂਦੇ ਆ। ਗੁਰਬਾਣੀ 'ਚ ਫਰਮਾਉਂਦੇ ਆ, ਨਾਮ ਰਤਨ ਜਿਨ ਪਾਇਆ ਦਾਨ, ਤਿਸ ਜਨ ਹੋਏ ਸਗਲ ਨਿਦਾਨ, ਸੰਤੋਖ ਆਏ ਮਨ ਪੂਰਾ ਪਾਏ, ਫਿਰ ਮੰਗਣ ਕਾਹੇ ਜਾਏ। ਕਹਿੰਦੇ ਫਿਰ ਵਾਰ-ਵਾਰ ਮੰਗਣ ਦੀ ਲੋੜ ਨਹੀਂ ਪੈਂਦੀ। ਜਦੋਂ ਅਸੀਂ ਉਸ ਪਰਮਾਤਮਾ ਦੇ ਨਾਮ ਦੇ ਰਤਨ ਨੂੰ ਪ੍ਰਾਪਤ ਕਰ ਲੈਂਦੇ ਹਾਂ, ਸਾਰੇ ਹੀ ਖਜ਼ਾਨੇ ਵਿੱਚ ਆ ਜਾਂਦੇ ਆ, ਸੰਤੋਖ ਆ ਜਾਂਦਾ ਮਨ ਨੂੰ। ਫਿਰ ਮਨਮੁਖ ਪੁੱਛਦਾ ਕਿ ਇੱਦਾਂ ਹਰੇਕ ਨੂੰ ਪਰਮਾਤਮਾ ਗਰ ਨਾਲ ਲਾ ਲੈਂਦੇ ਆ? ਕਹਿੰਦੇ ਕਿ ਜੋ ਵੀ ਪਰਮਾਤਮਾ ਦੀ ਸ਼ਰਨ ਵਿੱਚ ਜਾਂਦਾ, ਉਸ ਪਰਮਾਤਮਾ ਨਾਲ ਪ੍ਰੀਤ ਕਰਦਾ, ਉਸ ਪਰਮਾਤਮਾ ਹਰੇਕ ਨੂੰ ਆਪਣੇ ਗਲ ਨਾਲ ਲਾ ਲੈਂਦੇ, ਜੋ ਵੀ ਸ਼ਰਨ ਦੇ ਵਿੱਚ ਆ ਜਾਂਦਾ। ਜਿਵੇਂ ਹੁਣ ਸੰਸਾਰ ਦੇ ਵਿੱਚ ਆਪਾਂ ਵਿਚਰਦੇ ਹਾਂ ਅਤੇ ਮਹਾਰਾਜ ਕਹਿੰਦੇ ਉਹ ਨਾਮ ਗੁਪਤ ਆ ਅਤੇ ਪ੍ਰਗਟ ਹੋਣਾ ਉਹ ਨਾਮ। ਜਿਹਨੂੰ ਮਹਾਰਾਜ ਕਹਿੰਦੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘਟ ਘਟ ਹਰ ਭਰਪੂਰ ਆ, ਨਾਮ ਰਤਨ ਤਿਨਾ ਹਿਰਦੇ ਪ੍ਰਗਟਿਆ, ਜੋ ਗੁਰ ਸਰਨਾਈ ਭਜ ਪਿਆ। ਕਿ ਹਰ ਜਗ੍ਹਾ ਪਰਮਾਤਮਾ ਵੀ ਮੌਜੂਦ ਆ ਅਤੇ ਉਸ ਦਾ ਨਾਮ ਵੀ ਮੌਜੂਦ ਆ। ਜੋ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ, ਉਸ ਦੇ ਨਾਮ ਦੀ ਸਾਨੂੰ ਪ੍ਰਾਪਤੀ ਹੋ ਜਾਂਦੀ, ਫਿਰ ਸਾਨੂੰ ਭੇਦ ਲੱਗ ਜਾਂਦਾ ਕਿ ਨਾਮ ਹੈ। ਅਸੀਂ ਦ੍ਰਿਸ਼ਟਮਾਨ ਵਿੱਚ ਵੀ ਸੁਣ ਸਕਦੇ ਹਾਂ, ਜਦੋਂ ਦ੍ਰਿਸ਼ਟਮਾਨ ਨਾਲ ਅਸੀਂ ਵਿਚਰਦੇ, ਦ੍ਰਿਸ਼ਟਮਾਨ ਦੇ ਵਿੱਚ ਜਦੋਂ ਸਾਡਾ ਧਿਆਨ ਇਕਾਗਰ ਹੁੰਦਾ, ਕੋਈ ਵੀ ਅਸੀਂ ਕਰਮ ਕਰਦੇ ਹਾਂ, ਉਹ ਅੰਦਰੋਂ ਨਾਮ ਸਾਨੂੰ ਸੁਣਨਾ ਸ਼ੁਰੂ ਹੋ ਜਾਂਦਾ। ਉੱਦਾਂ ਵੀ ਤੁਸੀਂ ਬੈਠੇ ਹੋਵੋ, ਕਿਉਂਕਿ ਜਦੋਂ ਪਹਿਚਾਣ ਆ ਜੇ ਨਾਮ ਦੀ, ਫਿਰ ਉਹ ਸੁਣਦਾ ਰਹਿੰਦਾ। ਇੱਦਾਂ ਹੀ ਗੁਰਬਾਣੀ ਵਿੱਚ ਦੱਸਿਆ ਕਿ ਗੁਪਤ ਆ, ਪ੍ਰਗਟ ਉਹਨਾਂ ਦੇ ਹੋਣਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਚਲਾ ਗਿਆ। ਇੱਦਾਂ ਹੀ ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੇ ਆ, ਜਿਹੜੇ ਵੀ ਜੀਵ ਪਰਮਾਤਮਾ ਦੀ ਸ਼ਰਨ ਵਿੱਚ ਆਉਂਦੇ ਆ, ਪਰਮਾਤਮਾ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦੇ ਆ। ਜਿਹਨੂੰ ਮਾਰੇ ਕਹਿੰਦੇ ਜੋ ਜਨ ਹਰ ਪ੍ਰਭ ਹਰ ਹਰ ਸਰਨਾ, ਤਿਨ ਦਰਗੇ ਹਰ ਹਰ ਦੇ ਵਡਿਆਈ, ਧੰਨ ਧੰਨ ਸਾਬਸ ਕਹੇ ਪ੍ਰਭ ਜਨ ਕੋ, ਜਨ ਨਾਨਕ ਮੇਲ ਲੈ ਗਲ ਲਾਈ। ਕਹਿੰਦੇ ਕਿ ਫਿਰ ਪਰਮਾਤਮਾ ਉਹਨਾਂ ਨੂੰ ਆਪਣੀ ਗਲ ਨਾਲ ਲਾ ਲੈਂਦਾ, ਜਿਹੜਾ ਵੀ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ। ਹੁਣ ਅਸੀਂ ਇਹੀ ਕੋਸ਼ਿਸ਼ ਕਰਨੀ ਹੁੰਦੀ, ਜੋ ਗੁਰਬਾਣੀ 'ਚ ਸਾਨੂੰ ਖੇਲ ਸਮਝਾਇਆ, ਕਿ ਉਸ ਖੇਲ ਨੂੰ ਸਮਝ ਕੇ ਉਹਦੇ 'ਤੇ ਚੱਲ ਕੇ ਅਸੀਂ ਵੀ ਪਰਮਾਤਮਾ ਨਾਲ ਮਿਲਾਪ ਕਰੀਏ।
ਕਿਉਂਕਿ ਉਹ ਹਰ ਵਕਤ ਸਾਨੂੰ ਦੇਖਦੇ ਵੀ ਸੁਣਦੇ। ਪਹਿਲਾਂ ਸਾਨੂੰ ਪਤਾ ਨਹੀਂ ਸੀ ਕਿ ਪ੍ਰਮਾਤਮਾ ਕਿੱਥੇ ਆ। ਹੁਣ ਗੁਰਬਾਣੀ ਰਾਹੀਂ ਸਾਨੂੰ ਸੋਝ ਦਿੱਤੀ ਭਗਤਾਂ ਨੇ, ਗੁਰੂ ਸਾਹਿਬਾਨ ਨੇ, ਕਿ ਪ੍ਰਮਾਤਮਾ ਕਿੱਥੇ ਵਸਦਾ, ਮਿਲਾਪ ਕਿਵੇਂ ਕਰਨਾ। ਹੁਣ ਗੁਰਬਾਣੀ 'ਚ ਜਿਹੜੀ ਸੋਝ ਦਿੱਤੀ, ਫਿਰ ਉਹ ਗੁਰਮੁਖਾਂ ਨੇ ਸਾਨੂੰ ਖੋਲ੍ਹ ਕੇ ਸਮਝਾ ਦਿੱਤਾ ਕਿ ਜੋ ਗੁਰਬਾਣੀ 'ਚ ਭੇਦ ਦਿੱਤਾ ਆ ਭਗਤਾਂ ਨੇ, ਗੁਰੂ ਸਾਹਿਬਾਨ ਨੇ, ਅਤੇ ਕਿਵੇਂ ਪ੍ਰਾਪਤੀ ਕਰਨੀ। ਫਿਰ ਉਹ ਗੁਰਮੁਖਾਂ ਨੇ ਆਪ ਪ੍ਰੈਕਟੀਕਲ ਕਰਕੇ ਸਾਨੂੰ ਵੀ ਉਹ ਜੀਵਾਂ ਨੂੰ ਭੇਦ ਦਿੱਤਾ। ਪਿਤਾ ਜੀ ਨੇ ਦੱਸਿਆ ਕਿ ਕਿਵੇਂ ਤੁਸੀਂ ਸਿਮਰਨ ਕਰਨਾ, ਕਿਵੇਂ ਤੁਸੀਂ ਗੁਰਬਾਣੀ ਦੀ ਵਿਚਾਰ ਕਰਨੀ, ਕਿਉਂਕਿ ਜਿਹੜੀ ਗੁਰਬਾਣੀ ਦੀ ਵਿਚਾਰ ਆ ਉਹ ਗੁਰਬਾਣੀ ਦੁਆਰਾ ਹੁੰਦਾ। ਕਈ ਵਾਰੀ ਹੁੰਦਾ ਕਿ ਅਸੀਂ ਅਰਥ ਲੱਭਦੇ ਹਾਂ ਗੁਰਬਾਣੀ ਦੇ ਵਿੱਚ, ਕਿਵ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ। ਹੁਣ ਕੂੜ ਦੀ ਪਾਲ ਕਿਵੇਂ ਤੋੜੀ ਜਾਵੇ, ਕਿਵੇਂ ਸਚਿਆਰ ਹੋਈਏ। ਜਦੋਂ ਫਿਰ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਕੂੜ ਦੀ ਪਾਲ ਨੂੰ ਤੋੜਨ ਦਾ ਤਰੀਕਾ ਦੱਸਿਆ ਗੁਰਬਾਣੀ 'ਚ। ਇਸ ਤਰੀਕੇ ਨਾਲ ਅਸੀਂ ਖੋਜ ਕਰਨੀ ਹੁੰਦੀ ਗੁਰਬਾਣੀ ਦੀ, ਕਿ ਸ਼ਬਦ ਪੜ੍ਹਿਆ, ਫਿਰ ਉਸ ਸਵਾਲ ਦਾ ਜਵਾਬ ਸਾਨੂੰ ਗੁਰਬਾਣੀ ਵਿੱਚ ਹੀ ਦਿੱਤਾ। ਫਿਰ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਦੁਆਰਾ ਹੀ ਹੁੰਦੀ ਹੈ। ਸੋ ਜਦੋਂ ਵੀ ਆਪਾਂ ਪ੍ਰੈਕਟੀਕਲ ਅਭਿਆਸ ਕਰਾਂਗੇ, ਫਿਰ ਸਾਨੂੰ ਸੋਝੀ ਆਉਂਦੀ ਜਾਂਦੀ ਜੋ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ। ਕਿ ਗੁਰੂ ਸਾਹਿਬ ਨੇ ਦੱਸਿਆ ਕਿ ਜਦੋਂ ਤੁਸੀਂ ਮਨ ਤੁਹਾਡਾ ਚਿੰਤਾ ਦੇ ਵਿੱਚ ਆ, ਇਸ ਨੂੰ ਚਿੰਤਾ ਤੋਂ ਰਹਿਤ ਕਰ ਸਕਦੇ। ਮਨ ਤੁਹਾਡਾ ਦੁਖੀ ਆ, ਇਹਨੂੰ ਸੁੱਖ ਦੇ ਵਿੱਚ ਲਿਆ ਸਕਦੇ ਆ। ਫਿਰ ਸਾਨੂੰ ਵਿਧੀ ਸਮਝਾਈ, ਹੋਏ ਅਚਿੰਤ ਬਸੇ ਸੁਖ ਨਾਲ, ਸਾਸ ਗਿਰਾਸ ਹਰ ਨਾਮ ਸਮਾਲ। ਕਹਿੰਦੇ ਕਿ ਜਿਹੜਾ ਮਨ ਚਿੰਤਾ 'ਚ ਆ, ਇਹ ਅਚਿੰਤ ਅਵਸਥਾ 'ਚ ਆ ਜਾਏਗਾ। ਜਿਹੜਾ ਮਨ ਤੁਹਾਡਾ ਦੁਖੀ ਆ, ਉਹ ਸੁਖੀ ਹੋ ਜਾਏਗਾ ਜਦੋਂ ਤੁਸੀਂ ਸਾਸ ਗ੍ਰਾਸ ਸਿਮਰਨ ਕਰੋਗੇ। ਫਿਰ ਜਦੋਂ ਅਸੀਂ ਇੱਦਾਂ ਸਾਸ ਗ੍ਰਾਸ ਸਿਮਰਨ ਕਰਦੇ ਹਾਂ, ਸਿਮਰਨ ਕਰਦਿਆਂ ਪਹਿਲੀ ਸਟੇਜ ਹੀ ਹੈ ਸੁੰਨ ਦੇ ਵਿੱਚ ਪ੍ਰਵੇਸ਼ ਹੋਣਾ, ਜਿੱਥੇ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋ ਜਾਏ ਅਤੇ ਸਾਨੂੰ ਨੀਂਦ ਆ ਜਾਏ। ਉਹ ਆ ਸੁੰਨ। ਜਦੋਂ ਵਾਰ-ਵਾਰ ਅਸੀਂ ਇਸ ਅਵਸਥਾ 'ਚ ਜਾਵਾਂਗੇ ਸੁੰਨ ਦੇ ਵਿੱਚ, ਫਿਰ ਸਾਨੂੰ ਅੱਗੇ ਦਾ ਭੇਦ ਲੱਗੇਗਾ। ਫਿਰ ਮਹਾਰਾਜ ਨੇ ਸਾਸ ਸਿਮਰਨ ਦੱਸਿਆ, ਫਿਰ ਗੁਰਬਾਣੀ 'ਚ ਰੋਮ ਰੋਮ ਸਿਮਰਨ ਦੱਸਿਆ। ਜਿਵੇਂ ਜਿਵੇਂ ਫਿਰ ਅਸੀਂ ਇੱਦਾਂ ਅਭਿਆਸ ਕਰੋਗੇ, ਸਾਡੇ ਉਹ ਪ੍ਰੈਕਟੀਕਲ ਹੋਣਗੇ। ਫਿਰ ਜੋ ਗੁਰਬਾਣੀ ਪੜ੍ਹੋਗੇ, ਫਿਰ ਸਾਨੂੰ ਭੇਦ ਲੱਗਦਾ ਜਾਏਗਾ ਕਿ ਅਸੀਂ ਹੁਣ ਕਿੱਧਰ ਨੂੰ ਜਾ ਰਹੇ ਹਾਂ, ਸਹੀ ਰਸਤਾ ਕੀ ਆ, ਅਤੇ ਜਦੋਂ ਮਾਇਆ ਦੇ ਦੇਸ਼ ਵਿੱਚ ਵਿਚਰਦੇ ਹਾਂ, ਉਹ ਰਸਤਾ ਕਿੱਧਰ ਨੂੰ ਜਾਂਦਾ। ਫਿਰ ਅਸੀਂ ਇਹ ਖੋਜ ਕਰਨੀ ਸ਼ੁਰੂ ਕਰ ਦਾਂਗੇ। ਜਦੋਂ ਫਿਰ ਖੋਜਾਂਗੇ, ਫਿਰ ਸਾਡਾ ਮਨ ਗੁਰਬਾਣੀ ਪੜ੍ਹਦੇ ਹਾਂ ਇੱਧਰ ਉੱਧਰ ਨਹੀਂ ਜਾਏਗਾ, ਵਿਚਾਰਾਂ ਦੇ ਵਿੱਚ ਨਹੀਂ ਜਾਏਗਾ। ਸੋ ਜਦੋਂ ਅਸੀਂ ਕੋਸ਼ਿਸ਼ ਕਰੀ ਜਾਵਾਂਗੇ, ਤਾਂ ਮਹਾਰਾਜ ਕਹਿੰਦੇ ਬਾਰੰਬਾਰ ਮਾਇਆ ਹਟ ਕੇ, ਕਿ ਵਾਰ-ਵਾਰ ਤੁਹਾਡਾ ਮਨ ਮਾਇਆ ਦੇ ਵਿੱਚ ਜਾਂਦਾ। ਬਚਪਨ ਤੋਂ ਅਸੀਂ ਆਦੀ ਹੋਏ ਹਾਂ ਮਾਇਆ ਦੇ ਦੇਸ਼ ਵਿੱਚ, ਇੱਥੋਂ ਦੇ ਵਿਚਰਨ ਦੇ। ਅਤੇ ਮਹਾਰਾਜ ਕਹਿੰਦੇ ਫਿਰ ਇੱਥੋਂ ਨਿਕਲਣਾ ਵਾਰ-ਵਾਰ ਤੁਸੀਂ ਮਾਇਆ ਦੇ ਦੇਸ਼ ਵਿੱਚੋਂ, ਜਿਹਨੂੰ ਮਹਾਰਾਜ ਕਹਿੰਦੇ ਆ ਬਾਰੰਬਾਰ ਮਾਇਆ ਹਟ ਕੇ ਲੈ ਨਰਜਾ ਮਨ ਤੋਲੇ ਦੇ। ਫਿਰ ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀਏ। ਜਿਹੜਾ ਅਸੀਂ ਆ ਵਾਰ-ਵਾਰ ਸਿਮਰਨ ਕਰਦੇ ਹਾਂ, ਇਹ ਮਨ ਨੂੰ ਤ੍ਰਿਪਤ ਹੋ ਜਾਂਦਾ ਜਦੋਂ ਅਸੀਂ ਵਾਰ-ਵਾਰ ਸਿਮਰਨ ਕਰਕੇ ਮਨ ਨੂੰ ਸੁੰਨ 'ਚ ਲੈ ਜਾਂਦੇ। ਮਹਾਰਾਜ ਕਹਿੰਦੇ ਆ ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਏ। ਕਿ ਜਦੋਂ ਅਸੀਂ ਫਿਰ ਸਿਮਰਨ ਕਰਦੇ ਹਾਂ, ਸਾਡੀ ਰਸਨਾ 'ਤੇ ਰਾਸ ਆਉਣਾ ਸ਼ੁਰੂ ਹੋ ਜਾਂਦਾ। ਜਦੋਂ ਅਸੀਂ ਮਾਲਕ ਦੀ ਉਸਤਤ ਕਰਦੇ ਹਾਂ, ਫਿਰ ਸਾਡੀ ਰਸਨਾ 'ਤੇ ਰਸ ਆਉਣਾ ਸ਼ੁਰੂ ਹੋ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਅਸਲੀ ਵਿਵਹਾਰ ਕਰਦੇ ਹਾਂ। ਫਿਰ ਕਹਿੰਦੇ ਨਿਰਮਲ ਰਸਨਾ ਅੰਮ੍ਰਿਤ ਪੀਵੋ, ਸਦਾ ਸੁਹੇਲਾ ਕਰ ਲੈ ਜਿਓ। ਫਿਰ ਸਾਡੀ ਰਸਨਾ ਵੀ ਨਿਰਮਲ ਹੋ ਜਾਂਦੀ ਹੈ, ਮਾਲਕ ਦੇ ਗੁਣ ਗਾ ਗਾ ਕੇ, ਉਹਦਾ ਨਾਮ ਜਪ ਜਪ ਕੇ। ਫਿਰ ਰਸਨਾ 'ਤੇ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਂਦਾ। ਫਿਰ ਸਾਨੂੰ ਮਨ ਦੀ ਖੁਰਾਕ ਮਿਲਦੀ ਰਹਿੰਦੀ। ਸੋ ਫਿਰ ਸਾਡਾ ਮਨ ਸ਼ਾਂਤ ਰਹਿੰਦਾ। ਫਿਰ ਜਦੋਂ ਅਨਹਦ ਸ਼ਬਦ ਸੁਣਦੇ ਹਾਂ, ਫਿਰ ਮਨ ਸੁਖੀ ਹੋ ਜਾਂਦਾ। ਮਹਾਰਾਜ ਕਹਿੰਦੇ ਕਹੇ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸੋ ਗੁਰੂ ਸਾਹਿਬ ਸਾਡੇ ਸਾਰਿਆਂ 'ਤੇ ਕਿਰਪਾ ਕਰਨ, ਬਖਸ਼ਿਸ਼ ਕਰਨ ਕਿ ਅਸੀਂ ਇਸ ਪਰਮਾਤਮਾ ਨਾਲ ਸਵਾਸਾਂ ਦੇ ਹੁੰਦਿਆਂ ਹੋਇਆਂ ਰਹਿੰਦਿਆਂ ਪਰਮਾਤਮਾ ਨਾਲ ਇੱਕਮਿਕ ਹੋ ਜਾਈਏ, ਜੋਤ ਵਿੱਚ ਜੋਤ ਸਮਾ ਜੇ। ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।